ਵਿਗਿਆਨਿਕਾਂ ਦਾ ਦਾਅਵਾ ਹੈ ਕਿ ਜਿਹੜਾ ਇਸ ਘਰ ਦੇ ਵਿੱਚ ਰਹੇਗਾ ਉਸ ਘਰ ਦੇ ਵਿੱਚ ਆਉਣ ਵਾਲਾ ਹਰ ਜੀ ਆਉਣ ਵਾਲਾ ਰਹਿਣ ਵਾਲੇ ਪਰਿਵਾਰ ਹੈ ਜਿਹੜਾ ਉਹ ਹੋਰਨਾਂ ਦੇ ਮੁਕਾਬਲੇ ज़्यादा ਉਮਰ ਜਿਹੜਾ ਲੰਘਾ ਕੇ ਜਾਏਗਾ। ਸਰ ਜੇ 100 ਮੰਜ਼ਲਾਂ ਤੋਂ ਵੱਡੀ ਬਿਲਡਿੰਗ ਦੁਬਈ ਬਣਾ ਸਕਦਾ ਤੇ ਅਸੀਂ 100 ਸਾਲ ਦਾ ਜੀਵਨ ਜਿਉਣ ਵਾਲਾ ਘਰ ਵੀ ਬਣਾ ਸਕਦੇ ਹਾਂ। ਇਹ ਲਓ ਜਿਹੜਾ ਉਹ ਘਰ ਹੈਗਾ ਜਿਸ ਘਰ ਦੇ ਵਿੱਚ ਐਂਟਰੀ ਤੋਂ ਬਾਅਦ ਤੁਹਾਡਾ ਮਨ ਹੈਗਾ ਜਿਹੜਾ ਉਹ ਬਾਗੋ ਬਾਗ ਹੋ ਜਾਂਦਾ। ਇਹਦਾ ਸਕੂਨ ਬੜਾ ਮਿਲਦਾ ਇਹਦੇ ਵਿੱਚ ਰਹਿ ਕੇ। ਅੱਛਾ ਹਾਂਜੀ ਬਹੁਤ ਵਧੀਆ ਇਹਦੇ ਵਿੱਚ ਤਾਂ ਸਰੀਰ ਬਹੁਤ ਤੰਦਰੁਸਤ ਰਹਿੰਦਾ ਕਿ ਜਿੱਦਾਂ ਤੁਸੀਂ ਆਪਣੀ ਤੇ ਆਪਣੇ ਬੱਚੇ ਦੀ ਉਮਰ ਨੂੰ 100 ਸਾਲ ਲੈ ਕੇ ਜਾਓਗੇ। ਕਿੰਨੀ ਜੀ? 100 ਸਾਲ। ਮਤਲਬ ਇਸ ਘਰ ਦੇ ਵਿੱਚ ਜਿਹੜਾ ਬੰਦਾ ਇਸ ਤਰ੍ਹਾਂ ਦੇ ਘਰ ਦੇ ਵਿੱਚ ਜਿਹੜਾ ਬੰਦਾ ਰਹੇਗਾ ਤਾਂ ਉਹਨਾਂ ਦੀ ਉਮਰ 100 ਸਾਲ ਹੋ ਸਕਦੀ ਹੈ। ਯੈਸ। ਇਹ ਕਿਵੇਂ ਤੁਸੀਂ ਦਾਅਵਾ ਕਰਦੇ ਹੋ ਕਿ ਇਸ ਘਰ ਦੀਆਂ ਕੰਧਾਂ ਸਾਹ ਲੈਂਦੀਆਂ ਨੇ? ਹੁਣ ਕੀ ਹੈ, ਕੰਧਾਂ ਬਰੀਦੇਬਲ ਨੇ, ਸਾਹ ਲੈਣ ਵਾਲੀਆਂ ਨੇ। ਜਿਹੜਾ ਤੇ ਪਲਸਤਰ ਆ ਉਹ ਵੀ ਕੈਮੀਕਲ ਫ੍ਰੀ ਆ ਜਿਹੜਾ ਪੇਂਟ ਤੁਸੀਂ ਦੇਖ ਰਹੇ ਹੋ ਇਹ ਵੀ ਕੈਮੀਕਲ ਫ੍ਰੀ ਹੈ। ਉੱਥੇ ਕੋੜ ਕਿਰਲੀ, ਮੱਛਰ, ਮੱਖੀ, ਸੱਪ, ਨਿਓਲਾ ਐਗਜ਼ਿਸਟ ਨਹੀਂ ਕਰਦੇ। ਜਾਂ ਇਸ ਤਰ੍ਹਾਂ ਦੇ ਘਰਾਂ ਨੂੰ ਆਪਣਾ ਜ਼ਿੰਦਗੀ ਲੰਘਾਉਣ ਦਾ ਹਿੱਸਾ ਬਣਾ ਲੇਗਾ। ਡਾਕਟਰ ਸਾਹਿਬ ਕਿਹੜੇ ਰੋਗ ਨੇ ਜਿਹੜੇ ਉਹਨਾਂ ਦੇ ਗੁਆਂਢ 'ਚ ਵੀ ਨਹੀਂ ਆਉਣਗੇ? ਲੰਗਸ ਦੀ ਇਨਫੈਕਸ਼ਨ, ਲੰਗਸ ਦੀ ਪ੍ਰੋਬਲਮ, ਡਿਪਰੈਸ਼ਨ ਦੀ ਪ੍ਰੋਬਲਮ, ਮੈਮਰੀ ਦੀ ਪ੍ਰੋਬਲਮ, ਭੁੱਖ ਨਾ ਲੱਗਣ ਦੀ ਪ੍ਰੋਬਲਮ, ਕਾਲਾਪਨ, ਹਾਈਪਰ ਐਕਟੀਵਿਟੀਜ਼, ਇਹ ਬੋਡੀ ਦੀਆਂ ਸਾਰੀਆਂ ਕੰਟਰੋਲ। ਇੱਕ ਹੋਰ ਇੰਪੋਰਟੈਂਟ ਚੀਜ਼ ਕਹਿਣ ਲੱਗਾ, ਇਸ ਘਰ 'ਚ ਰਹਿ ਕੇ ਫੀਵਰ, ਪਲੇਟਲੈਟਸ ਦਾ ਘਟਣਾ ਔਰ ਮਸਲ ਡਿਸਆਰਡਰ, ਇਸ ਤੋਂ ਅੱਗੇ ਨਰਵਸ ਸਿਸਟਮ ਦੇ ਜਿਹੜੋ ਮੈਂ ਪਹਿਲਾਂ ਦੱਸੀ ਸੀ, ਇਹ ਸਾਰੀਆਂ ਚੀਜ਼ਾਂ ਕਾਫੀ ਲੈਵਲ ਤੇ ਕੰਟਰੋਲ ਕਰਦਾ ਹੈਗਾ। ਇਹ ਰਸੋਈ ਹੈਗੀ ਹੈ ਜਿਹੜਾ ਸਾਡੀ ਹੈਲਥ ਦਾ ਮੇਨ ਪਾਰਟ ਹੁੰਦਾ ਹੈ, ਮੇਨ ਇਸ਼ੂ ਹੁੰਦਾ, ਉਹ ਵੀ ਅਸੀਂ ਤੁਹਾਨੂੰ ਦਿਖਾਣੇ ਆ। ਦੇਖੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਇਹ ਰਸੋਈ ਹੈਗੀ। ਇਹਨੂੰ ਤੁਸੀਂ ਚੁੱਲ੍ਹਾ ਨਾ ਸਮਝੋ, ਇਹ ਤੁਹਾਡੇ ਲੀਵਰ ਦੀ ਜਠਰਗਨੀ ਹੈ। ਨੀਂਦ ਕਿਉਂ ਨਹੀਂ ਆ ਰਹੀ ਸਾਨੂੰ 1 ਕਰੋੜ ਦੀ ਕੋਠੀ 'ਚ? ਕਿਉਂ ਨੀਂਦ ਦੀਆਂ ਗੋਲੀਆਂ ਖਾਣੀਆਂ ਪੈ ਰਹੀਆਂ ਨੇ? ਇਹ ਤੁਸੀਂ ਇਹ ਮਿੱਠਾ ਖੂਹ ਕਹਿੰਦੇ ਨੇ, ਨਾਮ ਤੁਸੀਂ ਮਿੱਠਾ ਖੂਹ ਰੱਖਿਆ? ਨਹੀਂ, ਮਿੱਠੇ ਪਾਣੀ ਵਾਲਾ ਖੂਹ। ਕਾਸਟਿਕ ਜਿਹੜਾ ਕੈਮੀਕਲਸ, ਜਿਹੜਾ ਸਾਬਣ ਅਸੀਂ ਯੂਜ਼ ਕਰਦੇ ਹਾਂ ਜੀ, ਅਗਰ ਤੁਸੀਂ ਉਹਨੂੰ ਸਾਫ਼ ਕਰਨ ਦੇ ਮੈਥਡ ਨੂੰ ਫੋਲੋ ਕਰੋ ਜੀ, ਤਾਂ ਕਮ ਸੇ ਕਮ ਇੱਕ ਭਾਂਡਾ 40 ਵਾਰੀ ਧੋਣਾ ਪਏਗਾ। ਕੁਝ ਇਸ ਟਾਈਮ ਮੋਡ ਬਣ ਜਾਂਦਾ ਹੈ। ਜਦੋਂ ਇਹੀ ਪੋਜੀਸ਼ਨ ਨੂੰ ਅਸੀਂ ਇਸ ਤਰ੍ਹਾਂ ਕਰ ਦਿੰਦੇ ਹਾਂ ਤੇ ਇਹ ਸਿੱਧਾ ਹੋ ਜਾਂਦੀ ਨਾਲੀ। ਗੈਟਿੰਗ ਜੋ ਸਿੱਧੀ ਹੋ ਗਈ ਹੈ, ਜੋ ਪ੍ਰੈਸ਼ਰ ਹੈਗਾ ਡਾਇਰੈਕਟ ਤੁਹਾਡਾ ਮਲ ਉਹ ਜਿਹੜਾ ਪਖਾਨੇ ਦੇ ਬਾਹਰ ਆ ਜਾਂਦਾ ਹੈ। ਬਹੁਤ ਲੋਕ ਆ ਗਏ ਵੇਖਣ ਜੀ, ਕਹਿੰਦੇ ਇਹੋ ਜਿਹਾ ਤਾਂ ਕਦੀ ਬਣਿਆ ਹੀ ਨਹੀਂ ਕਿਤੇ ਹੈਗਾ, ਪੰਜਾਬ ਦੇ ਵਿੱਚ ਕਿਤੇ ਨਹੀਂ ਬਣਿਆ ਇਹੋ ਜਿਹਾ। ਉਸ ਲਈ ਕੀ ਆ, ਜੋ ਇੱਥੇ ਬੈੱਡ ਬਣਾਇਆ ਇੱਧਰ ਨਾਲ ਪੁਆਇੰਟ ਦਿੱਤਾ ਹੋਇਆ ਚਾਰਜਿੰਗ ਲਗਾਉਣ ਲਈ, ਉੱਥੇ ਸੌਂਦੇ ਆ ਤਾਂ ਰੇਡੀਏਸ਼ਨ ਮੀਟਰ ਦੇ ਨਾਲ ਤੁਸੀਂ ਅਗਰ ਉਹਨੂੰ ਚੈੱਕ ਕਰੋ ਤਾਂ ਸਭ ਤੋਂ ਹਾਈ ਰੇਡੀਏਸ਼ਨ ਉਹ ਰਿਲੀਜ਼ ਕਰ ਰਿਹਾ ਹੁੰਦਾ ਹੈ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ। ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ। ਅੱਜ ਤੁਹਾਨੂੰ ਮੋਗਾ ਦੇ ਕੋਟ ਈਸੇ ਖਾਂ ਅਸੀਂ ਲੈ ਕੇ ਆਏ ਹਾਂ। ਉਸ ਥਾਂ ਦੇ ਉੱਤੇ ਲੈ ਕੇ ਆਏ ਹਾਂ, ਉਸ ਘਰ ਦੇ ਵਿੱਚ ਲੈ ਕੇ ਆਏ ਹਾਂ ਜਿਸ ਘਰ ਦੀਆਂ ਕੰਧਾਂ ਸਾਹ ਲੈਂਦੀਆਂ ਨੇ ਔਰ ਵਿਗਿਆਨਿਕਾਂ ਦਾ ਦਾਅਵਾ ਹੈ ਕਿ ਜਿਹੜਾ ਇਸ ਘਰ ਦੇ ਵਿੱਚ ਰਹੇਗਾ ਉਸ ਘਰ ਦੇ ਵਿੱਚ ਆਉਣ ਵਾਲਾ ਹਰ ਜੀ ਆਉਣ ਵਾਲਾ ਰਹਿਣ ਵਾਲੇ ਪਰਿਵਾਰ ਹੈ ਜਿਹੜਾ ਉਹ ਹੋਰਨਾਂ ਦੇ ਮੁਕਾਬਲੇ ज़्यादा ਉਮਰ ਜਿਹੜਾ ਲੰਘਾ ਕੇ ਜਾਏਗਾ। ਹੋਰਨਾਂ ਦੇ ਮੁਕਾਬਲੇ ਉਹਨਾਂ ਨੂੰ ਬਿਮਾਰੀਆਂ ਘੱਟ ਲੱਗਣਗੀਆਂ, ਹੋਰਨਾਂ ਦੇ ਮੁਕਾਬਲੇ ਉਹਨਾਂ ਦੀ ਸੋਚ ਦੇ ਉੱਤੇ ਵੀ ਕਿਤੇ ਨਾ ਕਿਤੇ ਜਿਹੜਾ ਫਰਕ ਪਏਗਾ। ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਵੈਲਬੀਂਗ ਹੋਮ ਸਾਇੰਸ ਸੈਂਟਰ ਹੈ ਕੋਟ ਈਸੇ ਖਾਂ, ਡਿਸਟ੍ਰਿਕਟ ਮੋਗਾ ਦੇ ਵਿੱਚ। ਜਿਹੜੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਇਹ ਲਓ ਜਿਹੜਾ ਉਹ ਘਰ ਹੈਗਾ ਜਿਸ ਘਰ ਦੇ ਵਿੱਚ ਐਂਟਰੀ ਤੋਂ ਬਾਅਦ ਤੁਹਾਡਾ ਮਨ ਹੈਗਾ ਜਿਹੜਾ ਉਹ ਬਾਗੋ ਬਾਗ ਹੋ ਜਾਂਦਾ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਇਸ ਵੇਲੇ ਇੱਕ ਕਿਲੇ ਦੀ ਤਰ੍ਹਾਂ ਇਹ ਲੱਗਦਾ ਹੈ ਘਰ, ਪਰ ਕਿਲਾ ਹੈ ਨਹੀਂ ਹੈ। ਇਹ ਕੁਦਰਤ ਦਾ ਘਰ ਹੈ, ਕੁਦਰਤ ਦੀ ਗੋਦ ਦੇ ਵਿੱਚੋਂ ਵਸਾਇਆ ਹੋਇਆ, ਕੁਦਰਤੀ ਚੀਜ਼ਾਂ ਦੇ ਨਾਲ ਵਸਾਇਆ ਹੋਇਆ ਇਹ ਚੀਜ਼ ਹੈ। ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ। ਹਰ ਪਾਸੇ ਜਿਹੜਾ ਇੱਕ ਖੁਸ਼ਨੁਮਾ ਮਾਹੌਲ ਹੈ, ਵਿਹੜਾ ਵੀ ਹੈ, ਕੁਦਰਤੀ ਚੀਜ਼ਾਂ ਜਿਹੜੀਆਂ ਦੇ ਨਾਲ ਇਹਨੂੰ ਸਜਾਵਟ ਦੇ ਵਿੱਚ ਅਸੀਂ ਕਹਿ ਲਈਏ ਕਿ ਕਿਸੇ ਤਰ੍ਹਾਂ ਦਾ ਕੋਈ ਫਰਕ ਹੈ ਜਿਹੜਾ ਉਹ ਨਹੀਂ ਹੈ। ਇੱਥੇ ਜਿਸ ਤਰੀਕੇ ਨਾਲ ਸਾਡੇ ਪਿੰਡਾਂ ਦੇ ਵਿੱਚ ਹੁੰਦਾ ਹੈ, ਛੋਟੀ ਜਿਹੜੀ ਬਾਹਰ ਵਿਹੜੇ ਦੇ ਵਿੱਚ ਚੁੱਲ੍ਹਾ ਲਗਾਉਣ ਵਾਸਤੇ ਵੀ ਇੱਥੇ ਵਿਵਸਥਾ ਕੀਤੀ ਗਈ ਹੈ ਔਰ ਜ਼ਮੀਨਦੋਜ਼ ਅਸੀਂ ਕਹਿ ਲਈਏ ਕਿ ਤਹਿਖਾਨਾ ਵੀ ਅਸੀਂ
ਜਿਹਨੂੰ ਪੁਰਾਣੇ ਵੇਲਿਆਂ ਦੇ ਵਿੱਚ ਕਿਹਾ ਜਾਂਦਾ ਸੀ, ਉਹ ਵੀ ਬਣਾ ਰੱਖਿਆ। ਔਰ ਇੱਕ ਹੋਰ ਬੜੀ ਖਾਸ ਗੱਲ ਇਹ ਹੈ, ਇਸ ਘਰ ਦੇ ਵਿੱਚ ਇੱਕ ਵੀ ਮਾਡਰਨ ਇੱਟ ਹੈਗੀ ਹੈ ਜਿਹੜੀ ਉਹ ਨਹੀਂ ਲੱਗੀ। ਮਾਡਰਨ ਇੱਟ ਦਾ ਮਤਲਬ ਜਿਸ ਨੂੰ ਫੂਕ ਕੇ, ਜਿਸ ਨੂੰ ਬਣਾਉਣ ਦੇ ਲਈ ਜਿਹੜਾ ਹਜ਼ਾਰਾਂ ਕਿਲੋ ਬਾਲਣ ਹੈ ਜਿਹੜਾ ਉਹ ਵਾਤਾਵਰਣ ਦੇ ਵਿੱਚ ਫੂਕਿਆ ਜਾਂਦਾ ਹੈ। ਤਸਵੀਰਾਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਦਿੰਦੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ। ਸਾਡੇ ਨਾਲ ਇਸ ਕਹਿ ਲਈਏ ਕਿ ਉਮਰਾਂ ਵਧਾਉਣ ਵਾਲੇ, ਘਰ ਨੂੰ ਬਣਾਉਣ ਵਾਲੇ, ਉਸ ਨੂੰ ਕ੍ਰੀਏਟ ਕਰਨ ਵਾਲੇ, ਲੋਕਾਂ ਨੂੰ ਅਵੇਅਰ ਕਰਨ ਵਾਲੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਨੇ ਦੁਨੀਆ ਭਰ ਦੇ ਨਾਮਵਰ ਡਾਕਟਰ ਵਰਿੰਦਰ ਸਿੰਘ ਭੁੱਲਰ। ਪਹਿਲਾਂ ਉਹਨਾਂ ਨਾਲ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ। ਜੀ, ਹਕੀਕਤ ਟੀਵੀ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਇਹ ਮੈਂ ਇੱਥੇ ਦੇਖਿਆ ਹੈ ਕਿ ਕੰਧਾਂ ਸਾਹ ਲੈ ਰਹੀਆਂ ਨੇ। ਤੁਹਾਡਾ ਇਹ ਵੀ ਦਾਅਵਾ ਹੈ ਕਿ ਜਿਹੜਾ ਇਸ ਘਰ ਦੇ ਵਿੱਚ ਰਹੇਗਾ ਤੇ ਉਹਦੀ ਜ਼ਿੰਦਗੀ ਹੈ ਜਿਹੜੀ ਵਧੇਗੀ, ਕੰਪੈਰੇਟਿਵਲੀ ਰੋਗ ਘੱਟ ਲੱਗਣਗੇ। ਕੀ ਖਾਸੀਅਤ ਕੀ ਹੈ? ਇਹ ਤਾਂ ਦੇਖਣ ਨੂੰ ਤੇ ਜੀ ਇਹ ਕਿਲ੍ਹਾਨੁਮਾ ਲੱਗਦਾ ਕਿ ਕੋਈ ਕਿਲਾ ਕ੍ਰੀਏਟ ਕੀਤਾ ਹੋਵੇ ਪੁਰਾਣੇ ਜ਼ਮਾਨੇ ਦਾ। ਜੀ ਫਾਰੂਕੀ ਜੀ, ਆਲਰੇਡੀ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਦੇ 3 ਮਿਸ਼ਨ ਨੇ ਜਿਹਦੇ ਕਰਕੇ ਹਰ ਪੇਸ਼ੈਂਟ ਸਾਡਾ ਸਟੂਡੈਂਟ ਵੀ ਬਣਦਾ ਹੈ। ਉਸ ਮਿਸ਼ਨ ਦੇ ਵਿੱਚ ਜਿਹੜਾ 2 ਨੰਬਰ ਮਿਸ਼ਨ ਹੈ ਸਾਡਾ, ਕਿ ਅਸੀਂ ਤੁਹਾਡੇ ਅੰਦਰ ਉਹ ਉਦਮ ਪੈਦਾ ਕਰਾਂਗੇ ਜਿਹਦੇ ਨਾਲ ਤੁਸੀਂ ਆਪਣੀ ਤੇ ਆਪਣੇ ਬੱਚੇ ਦੀ ਉਮਰ ਨੂੰ 100 ਸਾਲ ਲੈ ਕੇ ਜਾਓਗੇ। ਕਿੰਨੀ ਜੀ? 100 ਸਾਲ। ਮਤਲਬ ਇਸ ਘਰ ਦੇ ਵਿੱਚ ਜਿਹੜਾ ਬੰਦਾ, ਇਸ ਤਰ੍ਹਾਂ ਦੇ ਘਰ ਦੇ ਵਿੱਚ ਜਿਹੜਾ ਬੰਦਾ ਰਹੇਗਾ ਤਾਂ ਉਹਨਾਂ ਦੀ ਉਮਰ 100 ਸਾਲ ਹੋ ਸਕਦੀ ਹੈ। ਯੈਸ, ਅਗਰ ਤੁਸੀਂ ਆਪਣੀ ਇਸ ਬਾਡੀ ਨੂੰ 100 ਸਾਲ ਤੱਕ ਲੈ ਕੇ ਜਾਣਾ ਹੈ ਤੇ ਇਹ ਇਕੱਲਾ ਹਿੱਸਾ ਆਰਗੈਨਿਕ ਖਾਣੇ ਦਾ ਨਹੀਂ ਹੈ, ਕਿਉਂਕਿ ਖਾਣਾ ਅਸੀਂ ਦਿਨ ਦੇ ਵਿੱਚ 2 ਤੋਂ 3 ਵਾਰੀ ਖਾਂਦੇ ਹਾਂ, 1.5 ਤੋਂ 2 ਕਿਲੋ ਖਾਂਦੇ ਹਾਂ, ਕੰਜ਼ੰਪਸ਼ਨ ਹੈਗੀ ਆ। ਲੇਕਿਨ ਜਿਹੜੀ ਅਸੀਂ ਸਾਹ ਲੈਂਦੇ ਹਾਂ, ਹਵਾ ਹੈ ਸਾਡੇ ਅੰਦਰ, ਉਹ 11,000 ਲੀਟਰ ਆਦਾਨ ਪ੍ਰਦਾਨ ਹੁੰਦੀ ਆ, ਤਾਂ ਜ਼ਿਆਦਾ ਕੰਜ਼ੰਪਸ਼ਨ ਉਹਦੀ ਹੋ ਗਈ। ਦੂਸਰਾ ਇਹ ਹੈਗਾ ਕਿ ਜਿਹੜੀ ਚੀਜ਼ ਦੀ ਕੁਆਂਟੀਟੀ ਜ਼ਿਆਦਾ ਸਾਡੀ ਬਾਡੀ ਦੇ ਵਿੱਚ ਜਾ ਰਹੀ ਹੈਗੀ ਆ, ਉਹਦਾ ਸਾਫ਼ ਹੋਣਾ, ਸ਼ੁੱਧ ਹੋਣਾ ਔਰ ਕਾਰਬਨ ਫ੍ਰੀ ਹੋਣਾ ਬਹੁਤ ਜ਼ਰੂਰੀ ਹੈ। ਔਰ ਪੂਰੇ ਦਿਨ ਦੇ ਵਿੱਚ 24 ਘੰਟੇ 'ਚੋਂ 12 ਤੋਂ 14 ਘੰਟੇ ਅਸੀਂ ਘਰ 'ਚ ਐਗਜ਼ਿਸਟ ਕਰਦੇ ਹਾਂ, ਘਰੇ ਜ਼ਿਆਦਾ ਰਹਿੰਦੇ ਹਾਂ। ਤਾਂ ਜਿੱਥੇ ਤੁਸੀਂ ਸੌਂਦੇ ਹੋ, ਜਿੱਥੇ ਤੁਸੀਂ ਖਾਣਾ ਖਾਂਦੇ ਹੋ, ਜਿੱਥੇ ਤੁਸੀਂ ਤਿਆਰ ਹੁੰਦੇ ਹੋ, ਜਿੱਥੇ ਬੈਠ ਕੇ ਜ਼ਿਆਦਾ ਸੋਚਦੇ ਹੋ, ਜਿੱਥੇ ਬੈਠ ਕੇ ਤੁਸੀਂ ਆਪਣੇ ਪਰਿਵਾਰ 'ਚ ਇੰਜੋਏ ਕਰਦੇ ਹੋ, ਉਹ ਹਿੱਸਾ ਤੁਹਾਡਾ ਕਾਰਬਨ ਫ੍ਰੀ ਹੋਣਾ ਜ਼ਰੂਰੀ। ਉਹਦੇ ਲਈ ਇਹ ਬਰੀਦੇਬਲ ਵਾਲ, ਜਿਹਨੂੰ ਕਹਿੰਦੇ ਸਾਹ ਲੈਣ ਵਾਲੀਆਂ ਕੰਧਾਂ ਦੇ ਤਰੀਕਾ ਪੁਰਾਤਨ ਹੈ। ਨਹੀਂ, ਕੰਧਾਂ ਕਿਵੇਂ ਸਾਹ ਲੈਂਦੀਆਂ ਨੇ ਜੀ? ਕੰਧਾਂ ਇਹ ਕਿਵੇਂ ਤੁਸੀਂ ਦਾਅਵਾ ਕਰਦੇ ਹੋ ਕਿ ਇਸ ਘਰ ਦੀਆਂ ਕੰਧਾਂ ਸਾਹ ਲੈਂਦੀਆਂ ਨੇ? ਦੇਖੋ, ਆਲਰੇਡੀ ਜਿਹੜੀ ਕੰਕਰੀਟ ਵਾਲ ਹੁੰਦੀ ਹੈ ਉਹ ਡੈੱਡ ਵਾਲ ਹੁੰਦੀ ਹੈ, ਠੀਕ ਹੈ। ਔਰ ਇਹਦਾ ਜਿਹੜਾ ਮਟੀਰੀਅਲ ਹੈ, ਜਿਹੜੀ ਇੱਟ ਬਣਾਈ ਗਈ ਆ, ਉਹ ਬਾਇਓ ਮਟੀਰੀਅਲ ਤੋਂ ਬਣਾਈ ਗਈ ਆ। ਉਹਦਾ ਜਿਹੜਾ ਮਟੀਰੀਅਲ ਹੈਗਾ ਉਹ ਬਿਲਕੁਲ ਹੀ ਨੈਚੁਰਲ ਮਟੀਰੀਅਲ ਹੈ। ਔਰ ਪਿੰਡਾਂ ਦਾ ਵੇਸਟ ਮਟੀਰੀਅਲ ਉੱਥੋਂ ਅਸੀਂ ਯੂਜ਼ ਕੀਤਾ ਹੈਗਾ। ਜਿਵੇਂ ਕਿ ਉਹਦੇ 'ਚ ਬੇਸ ਉਹਦਾ ਹੈਗਾ, ਉਹ ਦੇਸੀ ਗਾਂ ਦਾ ਗੋਬਰ ਰੱਖਿਆ ਗਿਆ, ਉਸ ਤੋਂ ਬਾਅਦ ਮਿੱਟੀ ਰੱਖੀ ਗਈ ਹੈ। ਔਰ ਤੀਸਰਾ, ਨੇਚਰ ਦੁਆਰਾ ਦਿੱਤਾ ਗਿਆ ਸਭ ਤੋਂ ਹਾਈ ਪੀਐਚ, ਜਿਹਨੂੰ ਕਹਿ ਦਿੰਦੇ ਆ ਚੂਨਾ, 11 ਪੀਐਚ ਰੱਖਦਾ ਹੈ ਚੂਨਾ ਆਪਣੇ ਆਪ ਦੇ ਵਿੱਚ। ਤਾਂ ਹਾਈ ਪੀਐਚ ਦੇ ਵਿੱਚ ਜਾ ਕੇ ਇੱਕ ਤਾਂ ਆਕਸੀਜਨ ਲੈਵਲ ਬਹੁਤ ਵਧੀਆ ਹੁੰਦਾ ਹੈਗਾ। ਦੂਸਰਾ ਹੈਗਾ ਕਿ ਇਹਨਾਂ ਉਸ ਇੱਟ ਦੇ ਵਿੱਚ ਜਿਹੜੇ ਪੋਰ ਨੇ ਉਹ ਬੰਦ ਨਹੀਂ ਹੁੰਦੇ। ਅੱਛਾ, ਠੀਕ ਹੈ। ਉਹ ਆਦਾਨ ਪ੍ਰਦਾਨ ਕਰਦੇ ਰਹਿੰਦੇ ਨੇ। ਇੱਟ ਹੈ ਜੀ ਆਪਣੇ ਕੋਲ ਇੱਥੇ ਜਿਹੜੀ ਆਪਾਂ ਜੇ ਦਿਖਾ ਸਕੀਏ? ਜੀ ਮੈਂ ਤੁਹਾਨੂੰ ਇੱਟ ਵੀ ਦਿਖਾਊਂਗਾ। ਉਹ ਆਦਾਨ ਪ੍ਰਦਾਨ ਕਰਦੇ। ਫਿਰ ਇਹਦੇ ਉੱਤੇ ਜਿਹੜਾ ਅਸੀਂ ਪਲਸਤਰ ਦਿੰਦੇ ਆ, ਉਹ ਵੀ ਉਸੇ ਮਟੀਰੀਅਲ ਦਾ ਦਿੰਦੇ ਆ, ਜਿਹੜਾ ਬਰੀਦੇਬਲ ਰਵੇ। ਜਦੋਂ ਉਹਦੇ ਅੰਦਰ ਪੋਰ ਨੇ, ਉਹ ਹਵਾ ਦਾ ਆਦਾਨ ਪ੍ਰਦਾਨ ਕਰਦੇ ਰਹਿੰਦੇ ਨੇ। ਤਾਂ ਇਹ ਵਾਲੀ ਜਿਹੜੀ ਇੱਟ ਹੈ, ਇਹਦੇ ਅੰਦਰ ਜਿਹੜੇ ਪੋਰ ਹੈ ਤੁਸੀਂ ਦੇਖ ਰਹੇ ਹੋ ਜੀ, ਇਹ ਪੋਰ ਹਵਾ ਦਾ ਆਦਾਨ ਪ੍ਰਦਾਨ ਕਰਦੇ ਨੇ। ਥਰਮਲ ਇਨਸੂਲੇਸ਼ਨ ਬੋਲਦੇ ਆ। ਟੈਂਪਰੇਚਰ ਨੂੰ ਲੌਕ ਨਹੀਂ ਕਰੇਗੀ, ਗਰਮੀ ਨੂੰ ਲੌਕ ਨਹੀਂ ਕਰੇਗੀ। ਹੁਣ ਕੰਕਰੀਟ ਵਾਲ 'ਚ ਗਰਮੀ ਲੌਕ ਹੁੰਦੀ, ਰਾਤ ਨੂੰ ਭੜਾਸ ਨਿਕਲਦੀ ਹੈ। ਸਰਦੀ ਦੇ ਵਿੱਚ ਸਰਦੀ ਲੌਕ ਹੁੰਦੀ ਹੈ, ਰਾਤ ਨੂੰ ਹੋਰ ਜ਼ਿਆਦਾ ਸਰਦੀ ਨਿਕਲਦੀ ਹੈ। ਇਹਨੇ ਲੌਕ ਨਹੀਂ ਕਰਨਾ, ਇਹਨੇ ਰਿਲੀਜ਼ ਕਰਨਾ ਹੈ ਹਰ ਚੀਜ਼ ਨੂੰ। ਗਰਮੀ ਆਈ ਨਾਲ ਦੀ ਨਾਲ ਰਿਲੀਜ਼ ਕਰਤੀ, ਸਰਦੀ ਆਈ ਨਾਲ ਦੀ ਨਾਲ ਰਿਲੀਜ਼ ਕਰਤੀ। ਜਦੋਂ ਲੌਕ ਹੀ ਨਹੀਂ ਹੋਏਗੀ, ਥਰਮਲ ਇਨਸੂਲੇਸ਼ਨ ਆਪਣੇ ਆਪ ਵਰਕ ਕਰਨ ਲੱਗ ਪਈ, ਤਾਂ ਤੁਹਾਨੂੰ ਆਪਣੇ ਆਪ ਇਹ ਏਸੀ ਦੀ ਲੋੜ ਨਹੀਂ, ਆਪਣੇ ਆਪ ਹੀਟਰ ਦੀ ਲੋੜ ਨਹੀਂ, ਸਾਰਾ ਕੰਮ ਇਹਨੇ ਆਪਣੇ ਆਪ ਕਰਨਾ। ਮਤਲਬ ਇਸ ਥਾਂ ਦੇ ਉੱਤੇ ਤੁਸੀਂ ਨਾ ਕੋਈ ਹੀਟਰ ਲਗਾਇਆ ਹੋਇਆ ਸਰਦੀਆਂ ਦੇ ਲਈ ਤੇ ਨਾ ਹੀ ਕੋਈ ਏਸੀ ਦਾ ਪ੍ਰੋਵੀਜ਼ਨ ਤੁਸੀਂ ਇੱਥੇ ਰੱਖਿਆ? ਜੀ ਦੋਨਾਂ 'ਚ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ। ਔਰ ਦੂਸਰਾ ਹੈਗਾ ਕਿ ਹੀਟ ਪ੍ਰੂਫ ਹੈ ਔਰ ਰੇਡੀਏਸ਼ਨ ਪ੍ਰੂਫ ਵੀ ਹੈ, ਕਿਉਂਕਿ ਰੇਡੀਏਸ਼ਨ ਔਰ ਇਲੈਕਟ੍ਰੋਮੈਗਨੈਟਿਕ ਜਿਹੜੀਆਂ ਕਿਓਜ਼ ਨੇ, ਕਿਰਨਾਂ ਨੇ, ਉਹਨੂੰ ਮਿੱਟੀ ਡੀਲਿੰਕ ਕਰਦੀ ਆ, ਠੀਕ ਹੈ। ਔਰ ਇਹਦਾ ਮਟੀਰੀਅਲ ਉਹੀ ਹੈ ਤੇ ਇਹ ਉਹਨੂੰ ਡੀਲਿੰਕ ਕਰਦੀ ਆ, ਜਿਹੜੀਆਂ ਤੁਹਾਡੀਆਂ ਸੈੱਲ ਦੀ ਮੈਂਬਰਨ ਨੂੰ ਤੋੜਨ ਤੋਂ ਰੋਕ ਦਿੰਦੀ ਆ। ਗੈਟਿੰਗ ਤਾਂ ਇਹ ਆਪਣੇ ਆਪ 'ਚ ਹੀ
21ਵੀਂ ਸਦੀ ਜਿੱਥੇ ਅੱਜ ਗਲੋਬਲ ਵਾਰਮਿੰਗ ਦਾ ਰੌਲਾ ਪੈ ਰਿਹਾ, ਜਿੱਥੇ ਸਾਰੇ ਪਾਸੇ ਟਾਵਰ, ਰੇਡੀਏਸ਼ਨ ਔਰ ਕੰਕਰੀਟ ਦੇ ਜੰਗਲ ਵਿਛ ਗਏ ਨੇ, ਉੱਥੇ ਉਹਨੇ ਭਿਅੰਕਰ ਹਾਲਾਤਾਂ ਦੇ ਵਿੱਚ ਨੇਚਰ ਦੁਆਰਾ ਖੂਬਸੂਰਤ ਤੇ ਅਫੋਰਡੇਬਲ ਇੱਕ ਹੱਲ ਹੈ, ਸੋਲੂਸ਼ਨ ਅਸੀਂ ਦਿੱਤਾ ਹੈਗਾ। ਉਹ ਵੀ ਇਹ ਨਹੀਂ, ਇਹਨੂੰ ਕੋਈ ਪੁਰਾਤਨ ਨਾ ਸਮਝਿਆ ਜਾਵੇ, ਮਤਲਬ ਇਹਨੂੰ ਕੋਈ ਪੁਰਾਣਾ ਡਿਜ਼ਾਈਨ ਨਾ ਬੋਲਿਆ ਜਾਵੇ। ਇਹ ਅੱਜ ਦੀ ਵਿਗਿਆਨਿਕ ਯੁੱਗ ਦੇ ਵਿੱਚ ਤੇ ਕਾਰਬਨ ਦਾ ਗੋਲਾ ਬਣ ਚੁੱਕੀ ਧਰਤੀ ਦੇ ਵਿੱਚ ਅੱਜ ਦੀ ਸਮੇਂ ਦੇ ਵਿੱਚ ਨੇਚਰ ਨੂੰ ਯੂਜ਼ ਕਰਕੇ, ਉਹਦੀ ਸਾਇੰਸ ਨੂੰ ਯੂਜ਼ ਕਰਕੇ ਇੱਕ ਹੱਲ ਲੱਭਿਆ ਗਿਆ। ਜੀ ਜੀ ਜੀ, ਕੀ ਬਾਤ ਹੈ। ਸੋ ਤੁਹਾਨੂੰ ਅਸੀਂ ਹੁਣ ਇੱਥੇ ਦੀ ਜਿਹੜੀ ਰਸੋਈ ਹੈਗੀ ਹੈ, ਜਿਹੜਾ ਸਾਡੀ ਹੈਲਥ ਦਾ ਮੇਨ ਪਾਰਟ ਹੁੰਦਾ ਹੈ, ਮੇਨ ਇਸ਼ੂ ਹੁੰਦਾ, ਉਹ ਵੀ ਅਸੀਂ ਤੁਹਾਨੂੰ ਦਿਖਾਉਣੇ ਆ। ਦੇਖੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ। ਇਹ ਰਸੋਈ ਹੈਗੀ ਹੈ, ਇਸ ਅਸੀਂ ਕਹਿ ਲਈਏ ਕਿ ਜ਼ਿੰਦਗੀ 'ਚ ਬਹਾਰ ਲਿਆਉਣ ਵਾਲੇ ਘਰ ਦੀ ਇਹ ਰਸੋਈ ਹੈ। ਇਹ ਚੁੱਲ੍ਹੇ ਨੂੰ ਖਾਸ ਅਹਿਮੀਅਤ ਦਿੱਤੀ ਹੈ ਜੀ ਤੁਸੀਂ? ਜੀ ਜੀ ਜੀ, ਚੁੱਲ੍ਹਾ ਦੇਖੋ, ਜੇ ਤੁਹਾਡਾ ਖਾਣਾ ਸਹੀ ਪੱਕੇਗਾ ਤਾਂ ਹੀ ਤੁਹਾਡੀ ਜਠਰ ਰਗਨੀ ਤੁਹਾਡੇ ਖਾਣੇ ਨੂੰ ਸਹੀ ਗਾਲੇਗੀ। ਹੁਣ ਇਸ ਚੁੱਲ੍ਹੇ, ਇਹ ਚੁੱਲ੍ਹਾ ਨਹੀਂਗਾ, ਇਹਨੂੰ ਤੁਸੀਂ ਚੁੱਲ੍ਹਾ ਨਾ ਸਮਝੋ, ਇਹ ਤੁਹਾਡੇ ਲੀਵਰ ਦੀ ਜਠਰ ਰਗਨੀ ਹੈ। ਅੱਛਾ। ਹੁਣ ਜੇ ਚੁੱਲ੍ਹੇ ਦੀ ਅੱਗ ਹੈਵੀ ਤੇ ਓਰੀਜਨਲ ਨਹੀਂ ਹੋਏਗੀ ਤਾਂ ਖਾਣੇ ਦੇ ਨੂੰ ਪ੍ਰੋਪਰ ਅੰਦਰ ਤੱਕ ਨਹੀਂ ਪਕਾਏਗੀ। ਇਹਦਾ ਮਤਲਬ ਆਟਾ ਵੀ ਕੱਚਾ ਗਿਆ, ਸਬਜ਼ੀ ਵੀ ਕੱਚੀ ਗਈ, ਦਾਲ ਵੀ ਕੱਚੀ ਗਈ। ਜਦੋਂ ਅੰਦਰ ਅੱਧ ਪੱਕਿਆ ਖਾਣਾ ਜਾਏਗਾ ਤਾਂ ਤੁਹਾਡੇ ਲੀਵਰ ਨੂੰ ਜ਼ਿਆਦਾ ਐਸਿਡ, ਤੁਹਾਡੇ ਪੇਟ ਦੀਆਂ ਕੰਧਾਂ ਨੂੰ ਜ਼ਿਆਦਾ ਐਸਿਡ ਰਿਲੀਜ਼ ਕਰਨਾ ਪਏਗਾ। ਜ਼ਿਆਦਾ ਐਸਿਡ ਰਿਲੀਜ਼ ਹੋਏਗਾ, ਫਿਰ ਐਸਿਡਿਟੀ, ਹਾਈਪਰ ਐਸਿਡਿਟੀ, ਖੂਨ 'ਚ ਗੰਦਲਾਪਨ ਔਰ ਜਠਰਗਣੀ ਤੁਹਾਡੀ ਠੰਡੀ ਹੋਏਗੀ। ਔਰ ਜਿਹਦੇ ਨਾਲ ਤੁਸੀਂ ਆਪਣੇ ਆਪ ਹੀ ਲਗਾ ਲਓ, ਤੁਹਾਡੇ ਲੀਵਰ ਨੂੰ ਵੀ ਜ਼ਿਆਦਾ ਕੰਮ ਕਰਨਾ ਪਿਆ, ਕਿਡਨੀ ਨੂੰ ਜ਼ਿਆਦਾ ਕੰਮ ਕਰਨਾ ਪਿਆ, ਹਾਰਟ ਨੂੰ ਜ਼ਿਆਦਾ ਕੰਮ ਕਰਨਾ ਪਿਆ, ਪੇਟ ਦੀਆਂ ਕੰਧਾਂ ਨੂੰ ਜ਼ਿਆਦਾ ਕੰਮ ਕਰਨਾ ਪਿਆ। ਆਪਣੇ ਆਪ ਦੇ ਵਿੱਚ ਹੀ ਤੁਹਾਡੇ ਸਾਰੇ ਸਰੀਰ ਦੇ ਅੰਗਾਂ ਦੀ ਉਮਰ ਆਪਣੇ ਆਪ ਘੱਟ ਗਈ। ਜੇ ਖਾਣਾ ਤੁਸੀਂ ਅੱਗ ਤੇ ਹੀ ਸਹੀ ਪਕਾ ਲਿਆ ਤਾਂ ਤੁਹਾਡੇ ਲੀਵਰ ਨੂੰ ਜ਼ਿਆਦਾ ਕੰਮ ਨਹੀਂ ਕਰਨਾ ਪਏਗਾ, ਤੁਹਾਡੇ ਪੇਟ ਨੂੰ ਵੀ ਜ਼ਿਆਦਾ ਜੂਸਸ ਨਹੀਂ ਬਣਾਉਣੇ ਪੈਣਗੇ ਗਲਤ ਮਲਤ, ਔਰ ਤੁਹਾਡੇ ਕਿਡਨੀ ਨੂੰ ਜ਼ਿਆਦਾ ਕੰਮ ਨਹੀਂ ਕਰਨਾ ਪਏਗਾ, ਹਾਰਟ ਨੂੰ ਜ਼ਿਆਦਾ ਕੰਮ ਨਹੀਂ ਕਰਨਾ ਪਏਗਾ। ਉਮਰ ਤੁਹਾਡੀ ਆਪਣੇ ਆਪ ਹੀ ਲੰਬੀ ਹੋ ਜੀ। ਸੋ ਉਮਰ ਦੀ ਜਿਹੜੀ ਸ਼ੁਰੂਆਤ ਹੈ ਉਹ ਤੁਹਾਡੇ ਖਾਣੇ ਦੀ ਕੁਆਲਿਟੀ ਤੋਂ ਹੁੰਦੀ ਹੈ, ਔਰ ਖਾਣੇ ਦੀ ਕੁਆਲਿਟੀ ਤੁਹਾਡੇ ਤੁਸੀਂ ਕਿਵੇਂ ਪਕਾ ਰਹੇ ਉਹਦੇ ਤੋਂ ਹੁੰਦੀ ਹੈ। ਮਤਲਬ ਤੁਹਾਡੀ ਸਿਹਤ ਦਾ ਰਾਜ ਵੀ ਫਿਰ ਸਾਨੂੰ ਇਹੀ ਪਤਾ ਲੱਗਿਆ ਵੀ ਜਿਹੜਾ ਤੁਸੀਂ ਚੁੱਲ੍ਹੇ ਪੱਕੀਆਂ ਰੋਟੀਆਂ ਖਾਂਦੇ ਹੋ। ਜੀ ਜੀ ਜੀ, ਇਸੇ ਕਰਕੇ ਸਰ ਪੇਟ ਬਾਹਰ ਨਹੀਂ ਆਏਗਾ। ਠੀਕ ਹੈ ਸਰ, ਦੇਖੋ ਜੇ ਤੁਹਾਡੇ ਤੋਂ ਪਹਿਲਾਂ ਤੁਹਾਡਾ ਪੇਟ ਹੀ ਪਹੁੰਚਣ ਲੱਗ ਪਿਆ ਤੇ ਇਹਦਾ ਮਤਲਬ ਤੁਸੀਂ ਬਹੁਤਾ ਕੁਝ ਹਾਸਲ ਨਹੀਂ ਕੀਤਾ ਹੋਗਾ। ਠੀਕ ਹੈ, ਸੋ ਜੇ ਤੁਹਾਡੀ ਕੋਲ ਲੰਬੀ ਉਮਰ ਦਾ ਤੱਕ ਤੁਸੀਂ ਰੀਚ ਕਰਨਾ, ਪਹੁੰਚ ਕਰਨੀ ਹੈ, ਉਹਦੇ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਰਸੋਈ ਨੂੰ ਦਵਾਖਾਨਾ ਬਣਾਉਣਾ ਪਏਗਾ, ਨਹੀਂ ਤਾਂ ਤੁਹਾਡਾ ਘਰ ਹੀ ਪੂਰੇ ਦਾ ਪੂਰਾ ਹਸਪੀਟਲ ਬਣ ਜਾਏਗਾ। ਠੀਕ ਹੈ, ਜੇ ਘਰ ਨੂੰ ਹਸਪੀਟਲ ਬਣਨ ਤੋਂ ਬਚਾਉਣਾ ਹੈ ਤਾਂ ਰਸੋਈ ਨੂੰ ਦਵਾਖਾਨਾ ਬਣਾ ਲਓ ਨੈਚੁਰਲ ਹੈਲਥ ਸਾਇੰਸ ਦੇ ਸਿਧਾਂਤ ਮੁਤਾਬਕ। ਸੋ ਉਹਨੂੰ ਅਸੀਂ ਫੋਲੋ ਕੀਤਾ ਹੈ। ਜੀ ਜੀ, ਸੋ ਇਹ ਰਸੋਈ ਘਰ ਹੈਗਾ ਜਿਹਨੂੰ ਅਸੀਂ ਆਯੁਰਵੇਦਾ ਦੇ ਵਿੱਚ ਰਸਾਇਣ ਵੀ ਕਹਿ ਦਿੰਦੇ ਆ, ਰਸਾਇਣ ਵੀ ਕਿਹਾ ਜਾਂਦਾ। ਸੋ ਇਹ ਫਿਰ ਬੈਡਰੂਮ ਹੈਗਾ ਜੀ ਇੱਥੇ ਦਾ। ਸੋ ਤਸਵੀਰਾਂ ਦੇਖੋ, ਬੜਾ ਸੋਹਣਾ ਤੇ ਬੜਾ ਮਨਮੋਹਕ ਦ੍ਰਿਸ਼ ਹੈਗਾ ਜਿਹੜਾ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਸਵੀਰਾਂ ਤੁਸੀਂ ਦੇਖੋ, ਇਹ ਅੰਦਰਲਾ ਦ੍ਰਿਸ਼ ਹੈ ਇਸ ਕਹਿ ਲਈਏ ਕਿ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਵਧਾਉਣ ਵਾਲੇ ਘਰ ਦਾ, ਜਿਹੜਾ ਇਹ ਬੈਡਰੂਮ ਸਟਾਈਲ ਦੇ ਵਿੱਚ ਬਣਾਇਆ ਹੋਇਆ। ਡਾਕਟਰ ਸਾਹਿਬ, ਇਹ ਕੀ ਕਨਸੈਪਟ ਹੈ? ਆਲਰੇਡੀ ਦੇਖੋ ਇਹ ਲਿਵਿੰਗ ਏਰੀਆ ਜੀ। ਠੀਕ ਹੈ, ਹੁਣ ਲਿਵਿੰਗ ਏਰੀਆ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਅਸੀਂ ਜ਼ਿਆਦਾ ਟਾਈਮ ਆਪਣੇ ਘਰ 'ਚ ਸਪੈਂਡ ਕਰਦੇ ਹਾਂ, ਜਿੱਥੇ ਤੁਸੀਂ ਸੌਂਦੇ ਹੋ। ਹੁਣ ਕੀ ਹੈ, ਕੰਧਾਂ ਬਰੀਦੇਬਲ ਨੇ, ਸਾਹ ਲੈਣ ਵਾਲੀਆਂ ਨੇ, ਜਿਹੜਾ ਤੇ ਪਲਸਤਰ ਆ ਉਹ ਵੀ ਕੈਮੀਕਲ ਫ੍ਰੀ ਆ, ਜਿਹੜਾ ਪੇਂਟ ਤੁਸੀਂ ਦੇਖ ਰਹੇ ਹੋ ਇਹ ਵੀ ਕੈਮੀਕਲ ਫ੍ਰੀ ਆ। ਜੀ, ਇਹਨੂੰ ਹਰਬਸ ਤੋਂ ਬਣਾਇਆ ਗਿਆ ਹੈਗਾ ਔਰ ਬੜੇ ਨੈਚੁਰਲ ਤਰੀਕੇ ਨਾਲ ਬਣਾਇਆ ਹੈਗਾ ਔਰ ਇਹਦੇ ਅੰਦਰ ਕੋਈ ਵੀ ਕੈਮੀਕਲ ਔਰ ਹਜ਼ਾਰਡਸ ਕੈਮੀਕਲ ਜਿਹੜੇ ਹੁੰਦੇ ਨੇ, ਖਤਰਨਾਕ ਜਿਹਨੂੰ ਬੋਲਦੇ ਆ, ਕੋਈ ਰਿਲੀਜ਼ ਹੀ ਨਹੀਂ ਹੁੰਦੇ। ਪਰ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਰੰਗ ਕਰ ਲਈਏ ਤਾਂ ਕਈ ਮਹੀਨੇ ਦੇ ਸਾਡੇ ਜਿਹੜੇ ਉਹਦੀ ਫ੍ਰੈਗਨੈਂਸ ਅਸੀਂ ਕਹਿ ਲਈਏ ਜਾਂ ਬਦਬੂ ਕਹਿ ਲਈਏ ਤਾਂ ਉਹੀ ਨਹੀਂ ਨਿਕਲਦੀ। ਸਰ, ਉਸ ਤੁਹਾਡੀ ਜ਼ੁਬਾਨ ਦੇ, ਤੁਹਾਡੇ ਨੱਕ ਦੀ ਜਿਹੜੀ ਸੈਂਸ ਲੈਣ ਵਾਲੇ ਜਿਹੜੇ ਪੋਰ ਨੇ ਉਹਨਾਂ ਨੂੰ ਉਹ ਬੰਦ ਹੀ ਕਰ ਦਿੰਦੇ ਨੇ। ਤੁਸੀਂ ਕਦੀ ਵੀ ਉਹਦੀ ਬਾਲਟੀ ਨੂੰ ਖੋਲੋਗੇ ਨਾ ਤਾਂ ਮਰੇ ਕੁੱਤੇ ਵਾਲੀ ਬਦਬੂ ਆਉਂਦੀ ਹੈ, ਜਿਵੇਂ ਅੰਦਰ ਲਾਸ਼ ਦੱਬੀ ਹੁੰਦੀ ਹੈ। ਠੀਕ ਹੈ, ਇੰਨੇ ਹਜ਼ਾਰਡਸ ਉਹਦੇ ਅੰਦਰ ਕੈਮੀਕਲਸ ਐਡ ਕੀਤੇ ਹੁੰਦੇ ਨੇ। ਉਸ ਤੋਂ ਬਾਅਦ ਜਦੋਂ ਅਸੀਂ ਸੌਂਦੇ ਹਾਂ, ਜੇ ਬਾਹਰ ਗਰਮੀ ਪੈ ਰਹੀ ਹੈ ਤਾਂ ਜਦੋਂ ਕੰਧ ਤਪਦੀ ਹੈ, ਹੀਟ ਉਹਦੀ ਵੱਧਦੀ ਹੈਗੀ ਹੈ ਤਾਂ ਉਹ ਫਿਰ ਰਿਲੀਜ਼ ਹੁੰਦਾ ਹੈ। ਜੇ ਠੰਡ ਹੈ ਤਾਂ ਉਹ ਫਿਰ ਰਿਲੀਜ਼ ਹੁੰਦਾ ਹੈ। ਉਹ ਜਦੋਂ ਰਿਲੀਜ਼ ਹੁੰਦਾ ਹੈ ਤਾਂ ਉਹਨੂੰ ਐਬਜ਼ੌਰਬ ਕੌਣ ਕਰਦਾ ਹੈ? ਤੁਹਾਡੇ ਫੇਫੜੇ ਤੇ ਤੁਹਾਡੀ ਸਕਿਨ। ਠੀਕ ਹੈ, ਜਦੋਂ ਫੇਫੜੇ ਦੇ ਸਕਿਨ ਉਹਨੂੰ ਐਬਜ਼ੌਰਬ ਕਰਦੇ ਆ ਤਾਂ ਤੁਹਾਡੀ ਬੋਡੀ ਦੀ ਇਮਿਊਨਿਟੀ ਉੱਥੇ ਕੰਜ਼ਿਊਮ ਹੁੰਦੀ, ਕਿਉਂਕਿ ਬੋਡੀ ਨੂੰ ਜ਼ਿਆਦਾ ਫਾਈਟ ਕਰਨੀ ਪੈ ਰਹੀ ਹੈ। ਨੀਂਦ ਕਿਉਂ ਨਹੀਂ ਆ ਰਹੀ ਸਾਨੂੰ 1 ਕਰੋੜ ਦੀ ਕੋਠੀ 'ਚ? ਕਿਉਂ ਨੀਂਦ ਦੀਆਂ ਗੋਲੀਆਂ ਖਾਣੀਆਂ ਪੈ ਰਹੀਆਂ ਨੇ?
ਅੱਛਾ ਇਹ ਪੂਰੇ ਦਾ ਪੂਰਾ ਇੱਕ ਬਰੀਥੇਬਲ ਵਾਲ ਬਣੀ ਹੈ ਔਰ ਇਹਨੂੰ ਉਸੇ ਨੈਚੁਰਲ ਮਟੀਰੀਅਲ ਤੋਂ ਬਣਾਇਆ ਗਿਆ ਹੈ। ਇਹਦੇ ਵਿੱਚ ਤੁਸੀਂ ਜੇ ਨੀਂਦ ਦੇ ਟਾਈਮ ਤੇ ਇਹਦੇ ਵਿੱਚ ਆਓਗੇ ਤੁਹਾਡੀ ਬਾਡੀ ਬਾਈ ਡਿਫਾਲਟ ਆਪਣੇ ਆਪ ਹੀ ਨੀਂਦ ਵੱਲ ਮੂਵ ਕਰ ਜਾਏਗੀ ਕਿਉਂਕਿ ਉਹਨੂੰ ਜੋ ਚਾਹੀਦਾ ਉਹਨੂੰ ਉਹ ਮਿਲ ਗਿਆ। ਹਲਕਾਪਨ ਆ ਜਾਂਦਾ ਇਹਦੇ ਅੰਦਰ, ਬ੍ਰੇਨ 'ਚ ਵੀ, ਤੁਹਾਡੀ ਸਕਿਨ ਦੇ ਵਿੱਚ ਵੀ, ਤੁਹਾਡੀ ਸਾਹ ਲੈਣ ਦੀ ਪ੍ਰਕਿਰਿਆ ਦੇ ਵਿੱਚ ਵੀ। ਬਾਡੀ ਦੇ ਰੋਮ ਫ੍ਰੀ ਫੀਲ ਕਰਦੇ ਨੇ। ਕਿਉਂ ਫ੍ਰੀ ਫੀਲ ਕਰਦੇ? ਕਿ ਜਿੰਨਾ ਵੀ ਕਾਰਬਨ ਹੈ ਜੋ ਵਾਯੂਮੰਡਲ ਦੇ ਵਿੱਚ, ਜਿੰਨਾ ਵੀ ਸਸਪੈਂਡੀਕਲ ਪਾਰਟੀਕਲ ਹੈ ਵਾਯੂਮੰਡਲ ਦੇ ਵਿੱਚ, ਉਹ ਇਹ ਕੰਧਾਂ ਐਬਜ਼ੌਰਬ ਕਰਨ ਲੱਗ ਪੈਂਦੀਆਂ ਨੇ ਤੁਹਾਡੇ ਬਦਲੇ। ਜਦੋਂ ਤੁਸੀਂ ਇਹਨਾਂ ਤੋਂ ਬਾਹਰ ਹੋ ਤਾਂ ਉੱਥੇ ਤਾਂ ਤੁਹਾਡੀ ਬਾਡੀ ਹੀ ਐਬਜ਼ੌਰਬ ਕਰ ਰਹੀ ਹੈ, ਤੁਹਾਡੇ ਫੇਫੜੇ ਹੀ ਉਹਨੂੰ ਅੰਦਰ ਸੋਖ ਰਹੇ ਨੇ। ਪਰ ਜਦੋਂ ਤੁਸੀਂ ਇਹਨਾਂ ਕੰਧਾਂ ਦੇ ਅੰਦਰ ਆ ਗਏ, ਕਿਉਂ ਕਿਹਾ ਜਾ ਰਿਹਾ ਸਾਹ ਲੈਣ ਵਾਲੇ ਕੰਧਾਂ, ਮੀਨਸ ਤੁਹਾਡੇ ਬਦਲੇ ਉਹ ਜਿਹੜਾ ਕੈਮੀਕਲਸ, ਕਾਰਬਨ ਤੇ ਸਸਪੈਂਡੀਕਲ ਪਾਰਟੀਕਲਸ ਆ ਉਹ ਇਹ ਸੋਖਣ ਲੱਗ ਪੈਂਦੀਆਂ ਨੇ। ਮਤਲਬ ਜਿਨ੍ਹਾਂ ਚੀਜ਼ਾਂ ਕਰਕੇ ਸਾਡਾ ਸਰੀਰ ਨੂੰ ਬਿਮਾਰ ਹੋਣਾ ਹੈ, ਜੋ ਗੰਦਗੀ ਅੰਦਰ ਲਿਜਾਣ ਕਰਕੇ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਹ ਸਾਰੀਆਂ ਗੰਦਗੀ ਜਿਹੜੀਆਂ ਦੂਸ਼ਿਤ ਹਵਾਵਾਂ ਇਹ ਕੰਨਾਂ ਆਪਣੇ ਅੰਦਰ ਸੋਖ ਲੈਂਦੀਆਂ ਨੇ। ਇਹ ਗੱਲ ਕਹਿਣਾ ਤੁਹਾਡਾ? ਜੀ ਇਹੀ ਲੌਜੀਕ ਹੈ ਇਸ ਗੱਲ ਨੂੰ ਕਹਿਣ ਦਾ। ਔਰ ਦੇਖੋ ਅੱਜ ਆਪਾਂ ਇੰਡਸਟਰੀ ਨਹੀਂ ਪਾਸੇ ਹਟਾ ਸਕਦੇ, ਬਹੁਤ ਆਪਾਂ ਪੋਲਿਊਸ਼ਨ ਨਹੀਂ ਖਤਮ ਕਰ ਸਕਦੇ, ਮਸ਼ੀਨਰੀ ਨਹੀਂ ਖਤਮ ਕਰ ਸਕਦੇ, ਲੇਕਿਨ ਮੈਂ ਦੇਸ਼ ਨੂੰ ਸ਼ੁੱਧ ਕਰਨ ਤੋਂ ਪਹਿਲਾਂ, ਦੇਸ਼ ਨੂੰ ਕਾਰਬਨ ਫ੍ਰੀ ਕਰਨ ਤੋਂ ਪਹਿਲਾਂ, ਦੁਨੀਆ ਨੂੰ ਕਾਰਬਨ ਮੁਕਤ ਕਰਨ ਤੋਂ ਪਹਿਲਾਂ ਮੇਰਾ ਜਿੱਥੇ ਸਭ ਤੋਂ ਪਹਿਲਾ ਹੱਕ ਹੈ ਉਹ ਹੈਗਾ ਮੇਰਾ ਘਰ। ਮੈਂ ਉਹਨੂੰ ਕਾਰਬਨ ਫ੍ਰੀ ਤਾਂ ਕਰ ਸਕਦਾ ਨਾ, ਠੀਕ ਆ। ਮੇਰੀ ਕੋਲ ਜੇ ਮੈਂ ਜਿਹੜੀ ਆਪਣੀ ਉਮਰ ਲੰਬੀ ਕਰਨੀ ਚਾਹੁੰਦਾ, ਅਗਰ ਮੈਂ ਆਪਣੇ ਸਰੀਰ ਦੀ ਉਹਨੂੰ ਲੰਬੀ ਉਮਰ ਤੱਕ ਯੂਜ਼ ਕਰਨਾ ਚਾਹੁੰਦਾ, ਉਹਦੇ ਲਈ ਮੈਂ ਦੁਨੀਆ ਨੂੰ ਸਮਝਾਉਣ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ, ਆਪਣੇ ਘਰ ਨੂੰ ਸਮਝਾਵਾਂ ਤੇ ਬਿਹਤਰੀਨ ਕਰਾਂ ਜਿੱਥੇ ਮੈਂ ਜ਼ਿਆਦਾ ਟਾਈਮ ਐਗਜ਼ਿਸਟ ਕਰਨਾ। ਠੀਕ ਹੈ, ਤਾਂ ਉਹਨੂੰ ਉਸ ਮੁਤਾਬਕ ਇਹਨਾਂ ਨੂੰ ਬਣਾਇਆ ਗਿਆ। ਜੀ ਸੋ ਇਹ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ, ਇਹ ਮੋਗਾ ਦੇ ਡਿਸਟ੍ਰਿਕਟ ਕੋਟ ਈਸੇ ਖਾਂ ਦੇ ਵਿੱਚ ਇੱਕ ਮਾਡਰਨ ਅਸੀਂ ਕਹਿ ਲਈਏ ਕਿ ਜ਼ਿੰਦਗੀ ਲੰਘਾਉਣ ਦੇ ਲਈ, ਜ਼ਿੰਦਗੀ ਵਧਾਉਣ ਦੇ ਲਈ ਔਰ ਆਪਣੇ ਆਪ ਨੂੰ ਠੀਕ ਰੱਖਣ ਵਾਸਤੇ ਇੱਥੇ ਤਾਂ ਫਿਰ ਤੁਸੀਂ ਜਿਹੜੀ ਹੋਰ ਚੀਜ਼ਾਂ ਦੇ ਨਾਲ ਇਹ ਤੁਸੀਂ ਮਿੱਠਾ ਖੂਹ ਕਹਿ ਰਹੇ ਨੇ, ਨਾਮ ਤੁਸੀਂ ਮਿੱਠਾ ਖੂਹ ਰੱਖਿਆ? ਨਹੀਂ, ਮਿੱਠੇ ਪਾਣੀ ਵਾਲਾ ਖੂਹ। ਅੱਛਾ, ਮਿੱਠੇ ਪਾਣੀ ਵਾਲਾ। ਉਹਦਾ ਕੀ ਕਾਰਨ? ਉਹਦਾ ਕਾਰਨ ਹੈਗਾ ਕਿ ਦੇਖੋ ਪਹਿਲੀ ਚੀਜ਼ ਹੈ ਕਿ ਪਾਣੀ ਦੀ ਜਿਹੜੀ ਸਟੋਰੇਜ ਹੈ ਨਾ, ਪਾਣੀ ਹੁਣ ਸਾਡੀ ਬੋਡੀ 70% ਪਾਣੀ ਆ, ਤੇ ਜੇ ਪਾਣੀ ਦੀ ਸਟੋਰੇਜ ਹੈ ਉਹਦੀ ਕੁਆਲਿਟੀ ਉਹ ਸਟੋਰੇਜ ਦੇ ਮੁਤਾਬਕ ਬਰਕਰਾਰ ਹੁੰਦੀ ਹੈ। ਤਾਂ ਉਹਦੀ ਕੁਆਲਿਟੀ ਅਗਰ ਅੱਛੀ ਨਹੀਂ ਹੋਏਗੀ ਤਾਂ ਜੋ ਤੁਸੀਂ ਜਿੰਨੀ ਮਰਜ਼ੀ ਵਰਜਿਸ਼ ਕਰ ਲਓ, ਤੁਹਾਡੀ ਬਾਡੀ ਦੇ ਅੰਦਰ ਅੱਛੇ ਪਾਣੀ ਦੀ ਸਟੋਰੇਜ ਨਹੀਂ ਹੋ ਪਾਉਂਦੀ, ਪਾਣੀ ਦਾ ਪੀਐਚ ਬਰਕਰਾਰ ਨਹੀਂ ਹੁੰਦਾ, ਪਾਣੀ ਦੇ ਮਿਨਰਲਸ ਸਾਨੂੰ ਪ੍ਰੋਪਰ ਨਹੀਂ ਮਿਲਦੇ, ਉਹ ਕੈਮੀਕਲ ਨਾਲ ਭਰ ਜਾਂਦਾ। ਫਿਰ ਅਸੀਂ ਸਾਫ਼ ਕਰਨ ਲਈ ਫਿਲਟਰ ਲਗਾਉਂਦੇ ਹਾਂ। ਬਟ ਜੇ ਅਸੀਂ ਸਟੋਰੇਜ ਹੀ ਬੈਸਟ ਕਰ ਲਈਏ, ਹਾਈ ਪੀਐਚ ਲੈਵਲ ਦੇ ਮਟੀਰੀਅਲ ਨਾਲ ਬਣਿਆ ਗਿਆ ਖੂਹ ਹੈ। ਅੱਛਾ, ਠੀਕ ਹੈ। ਔਰ ਇਹਦੇ ਅੰਦਰ ਗੁੜ ਵੀ ਯੂਜ਼ ਹੋਇਆ ਇਹਦੇ ਮਟੀਰੀਅਲ 'ਚ, ਇਹਦੇ ਅੰਦਰ ਮੇਥੀ ਵੀ ਯੂਜ਼ ਹੋਈ ਹੈ। ਠੀਕ ਹੈ। ਲੋਕ, ਮੈਂ ਹੈਰਾਨ ਹੋਇਆ ਜਿਹੜੇ ਮਿਸਤਰੀਆਂ ਨੇ ਇਹਨੂੰ ਬਣਾਇਆ, ਉਹ ਸੀ ਬਕਾਇਦਾ ਰਾਜਸਥਾਨ ਸਰਦਾਰ ਨਗਰ ਤੋਂ ਬੁਲਾਏ ਸੀ। ਮਤਲਬ ਉਹਨਾਂ ਦੀਆਂ 3-4 ਪੀੜ੍ਹੀਆਂ ਪਿੱਛੋਂ ਰਾਜੇ ਮਹਾਰਾਜੇ ਦੇ ਮਹਿਲ ਹੀ ਬਣਾਉਂਦੀਆਂ ਰਹੀਆਂ ਚੂਨੇ ਦੇ ਨਾਲ, ਉਹ ਐਕਸਪਰਟੀ ਸੀ ਉਹਨਾਂ ਕੋਲ। ਤਾਂ ਉਹਨਾਂ ਨੇ ਜਦੋਂ ਮੈਂ ਹੈਰਾਨ ਹੋ ਗਿਆ ਫਾਰੂਕੀ ਜੀ ਕਿ ਅਸੀਂ ਨਾਰਮਲੀ ਸਰੀਆ ਯੂਜ਼ ਕਰਦੇ ਹਾਂ, ਠੀਕ ਹੈ, ਸਟੀਲ ਯੂਜ਼, ਟੈਂਕੀ ਬਣਾਉਣ ਵਾਸਤੇ ਉਹਨਾਂ ਨੇ ਇਹ 'ਚ ਰੱਸੀਆਂ ਯੂਜ਼ ਕੀਤੀਆਂ। ਮੈਂ ਕਿਹਾ ਰੱਸੀਆਂ ਕਿਉਂ ਯੂਜ਼ ਕਰ ਰਹੇ ਹੋ? ਉਹ ਕਹਿੰਦੇ ਜੀ ਰੱਸੀ ਨੂੰ ਚੂਨਾ ਗਾਲਦਾ ਨਹੀਂ, ਠੀਕ ਹੈ, ਲੋਹੇ ਨੂੰ ਚੂਨਾ ਗਾਲ ਦਿੰਦਾ। ਠੀਕ ਹੈ, ਤਾਂ ਰੱਸੀ ਨੂੰ ਚੂਨਾ ਨਹੀਂ ਗਾਲਦਾ, ਕਹਿੰਦੇ ਲੋਹੇ ਨੂੰ ਚੂਨਾ ਗਾਲ ਦਿੰਦਾ ਹੈਗਾ। ਤਾਂ ਇਸ ਕਰਕੇ ਰੱਸੀ ਅਸੀਂ ਪਾਈ ਆ, ਰੱਸੀ ਨਾਲ ਜਿਹੜੀ ਇਹਦੀ ਕੰਧ ਦੀ ਮਜ਼ਬੂਤੀ ਹੈ ਉਹ ਬਣੀ ਰਹੇਗੀ। ਗੈਟਿੰਗ ਉਸ ਤੋਂ ਬਾਅਦ ਜਿਹੜਾ ਅੰਦਰ ਲੇਪ ਲਗਾਉਣਾ ਸੀ, ਫਿਰ ਉਹਨਾਂ ਨੇ ਚੂਨੇ ਦੇ, ਕਿਉਂਕਿ ਚੂਨੇ ਦੇ ਆਪਣੇ ਕੈਮੀਕਲ ਰਿਐਕਸ਼ਨ ਹੁੰਦੇ ਨੇ, ਤਾਂ ਉਹਨੂੰ ਨਿਊਟਰਲ ਕਰਨ ਵਾਸਤੇ ਫਿਰ ਉਹਨਾਂ ਨੇ ਵਿੱਚ ਗੁੜ ਐਡ ਕੀਤਾ, ਮੇਥੀ ਐਡ ਕੀਤੀ, ਇੱਕ ਦੋ ਹੋਰ ਵੀ ਹਰਬਸ ਇਹਨਾਂ ਨੇ ਵਿੱਚ ਐਡ ਕੀਤੀਆਂ, ਫਿਰ ਲੇਪ ਦਿੱਤਾ ਗਿਆ ਤਾਂ ਜੋ ਇਹਦੇ ਅੰਦਰ ਜਿਹੜੀ ਸਟੋਰੇਜ ਹੈ ਉਹਨਾਂ ਦੇ ਕਹਿਣ ਮੁਤਾਬਕ ਸੀ ਕਿ 3 ਸਾਲ ਇਹਦੇ 'ਚ ਪਾਣੀ ਖਰਾਬ ਨਹੀਂ ਹੋਏਗਾ। ਮਤਲਬ ਇਸ ਖੂਹ ਦੇ ਵਿੱਚ, ਮਿੱਠੇ ਪਾਣੀ ਦੇ ਖੂਹ ਦੇ ਵਿੱਚ ਅਗਰ ਅਸੀਂ ਪਾਣੀ ਸਟੋਰ ਕਰ ਲਈਏ ਜਿਹੜਾ ਕਿ ਟੈਂਕੀ ਦੇ ਵਿੱਚ ਅਕਸਰ ਖਰਾਬ ਹੋ ਜਾਂਦਾ ਹੈ, ਹਰ ਇੱਕ ਤਰ੍ਹਾਂ ਅਸੀਂ ਦੇਖ ਵੀ ਰਹੇ ਸਾਡੇ ਆਲੇ ਦੁਆਲੇ ਚਿੱਟੇ ਤੇ ਹਰੇ ਰੰਗ ਦੀਆਂ, ਕਾਲੇ ਰੰਗ ਦੀਆਂ ਟੈਂਕੀਆਂ ਪਈਆਂ ਨੇ, ਤੇ ਉਹਦੇ ਮੁਕਾਬਲੇ 3 ਸਾਲ ਇਸ ਤੁਹਾਡੇ ਮਿੱਠੇ ਜਿਹੜਾ ਪਾਣੀ ਮਿੱਠਾ ਉਹ ਮਿੱਠਾ ਹੀ ਰਹੇਗਾ, ਕੋਈ ਦਿੱਕਤ ਨਹੀਂ ਆਏਗੀ। ਕੋਈ ਦਿੱਕਤ ਨਹੀਂ ਹੈ। ਕਿ ਦੂਸਰੀ ਚੀਜ਼ ਤੁਸੀਂ ਪਲਾਸਟਿਕ ਟੈਂਕੀ ਦੀ ਗੱਲ ਕੀਤੀ ਹੈ ਫਾਰੂਕੀ ਜੀ, ਪਲਾਸਟਿਕ ਦੀ ਟੈਂਕੀ ਜਦੋਂ ਪਾਣੀ ਸਟੋਰ ਹੁੰਦਾ ਹੈ, ਜਦੋਂ ਬਹੁਤ ਜ਼ਿਆਦਾ ਹੀਟ ਤੱਕ ਚਲੇ ਜਾਂਦਾ ਹੈ, ਜਦੋਂ ਗਰਮੀਆਂ ਦਾ ਮੌਸਮ ਹੁੰਦਾ ਨਾ, ਟੈਂਪਰੇਚਰ 40-45 ਤੱਕ ਚਲੇ ਜਾਂਦਾ, 47, ਉਸ ਹੀਟ ਤੋਂ ਬਾਅਦ ਉਹਦੇ ਅੰਦਰ ਇਸ ਤਰ੍ਹਾਂ ਦੇ ਕੈਮੀਕਲ ਰਿਲੀਜ਼ ਹੁੰਦੇ ਨੇ ਜਿਹਦੇ ਨਾਲ ਮਾਈਕਰੋ ਪਲਾਸਟਿਕ ਐਡ ਹੋ ਜਾਂਦੀ ਹੈ ਪਾਣੀ 'ਚ। ਮਾਈਕਰੋ ਪਲਾਸਟਿਕ ਉਹ ਹੁੰਦੀ ਹੈ ਜਿਹੜੀ ਬਾਅਦ 'ਚ ਜਦੋਂ ਅਸੀਂ ਪਾਣੀ ਨੂੰ ਯੂਜ਼ ਕਰਦੇ ਹਾਂ, ਕਈ ਵਾਰੀ ਸਾਡਾ ਫਿਲਟਰ ਸਿਸਟਮ ਵੀ ਉਹਨੂੰ ਨਹੀਂ ਕੱਢ ਪਾਉਂਦਾ, ਠੀਕ ਹੈ, ਔਰ ਉਹ ਫਿਰ ਸਾਡੀ ਬਾਡੀ ਦਾ ਹਿੱਸਾ ਬਣਨ ਲੱਗ ਪੈਂਦੀ ਹੈ ਪਲਾਸਟਿਕ, ਬਹੁਤ ਛੋਟੇ ਛੋਟੇ ਕਣਾਂ ਦੇ ਰੂਪ 'ਚ, ਜਿਹੜੀ ਸਾਨੂੰ ਦਿਖਦੀ ਵੀ ਨਹੀਂ।
ਸਮਝ ਵੀ ਨਹੀਂ ਲੱਗਦੀ ਤਾਂ ਉਹ ਆਪਣੇ ਆਪ 'ਚ ਇੱਕ ਜ਼ਹਿਰ ਨੂੰ ਸਟੋਰ ਕਰਨ ਵਾਲਾ ਕੰਮ ਬਣ ਜਾਂਦਾ ਸੋ ਕਿਉਂਕਿ ਜੇ ਅਸੀਂ ਕਿਉਂਕਿ ਤੁਹਾਨੂੰ ਦੱਸਿਆ ਗਿਆ ਕਿ ਘਰ ਬਣਾਇਆ ਹੀ 100 ਸਾਲ ਦੀ ਉਮਰ ਨੂੰ ਧਿਆਨ 'ਚ ਰੱਖਦੇ ਹੋਏ ਆ ਤਾਂ ਪਾਣੀ ਦੀ ਸਟੋਰੇਜ ਤੋਂ ਲੈ ਕੇ ਖਾਣੇ ਦੇ ਪਕਾਉਣ ਤੱਕ ਤੁਹਾਡੇ ਸੌਣ ਤੱਕ ਉੱਠਣ ਤੱਕ ਤੇ ਨਹਾਉਣ ਤੱਕ ਇਹ ਸਾਰੀਆਂ ਚੀਜ਼ਾਂ ਦੇ ਫਾਰਮੂਲੇ ਨੂੰ ਅਸੀਂ ਪਹਿਲਾਂ ਉਸ ਤਰੀਕੇ ਨਾਲ ਤਿਆਰ ਕੀਤਾ ਕਿ ਇਹਨਾਂ ਦਾ ਸਾਡੀ ਬਾਡੀ ਤੇ ਡੇਲੀ ਜਿਹਨੂੰ ਕਿ ਰੂਟੀਨ 'ਚ ਯੂਜ਼ਿੰਗ ਹੈ ਤਾਂ ਇਹਨਾਂ ਦੀ ਕੁਆਲਿਟੀ ਨੂੰ ਪਹਿਲਾਂ ਬਿਹਤਰੀਨ ਕੀਤਾ ਜਾਵੇ। ਪਰ ਇਹ ਜਿਹੜਾ ਫਰਸ਼ ਤੁਸੀਂ ਲਗਾਇਆ, ਦੇਖੋ ਫਰਸ਼ ਤੁਹਾਨੂੰ ਅਸੀਂ ਦਿਖਾ ਰਹੇ ਹਾਂ, ਇਹ ਫਰਸ਼ ਇਸ ਵੇਲੇ ਕੰਪੈਰੀਟਿਵਲੀ ਜ਼ਿਆਦਾ ਗਰਮ ਮਹਿਸੂਸ ਹੋ ਰਿਹਾ ਹੈ ਲੇਕਿਨ ਸਰਦੀਆਂ ਦੇ ਵਿੱਚ ਜਿਹੜੇ ਸਾਡੇ ਫਰਸ਼ ਨੇ ਤੇ ਅਸੀਂ ਤਾਂ ਸਾਨੂੰ ਤਾਂ ਇਹ ਹੁੰਦਾ ਕਿ ਜਰਾਬਾਂ ਪਾ ਕੇ ਅਸੀਂ ਅਗਰ ਬੈੱਡ ਤੋਂ ਵੀ ਉਤਰਨੇ ਤੇ ਅਸੀਂ ਜਰਾਬਾਂ ਪਾ ਕੇ ਉਤਰੀਏ, ਪਰ ਇਹ ਤਾਂ ਇਸ ਵੇਲੇ ਦਗ ਕਰ ਰਿਹਾ ਜੀ। ਆਲਰੇਡੀ ਦੇਖੋ ਇਹ ਚੂਨੇ ਦਾ ਮਿਕਸਚਰ ਹੈ ਠੀਕ ਹੈ, ਚੂਨੇ ਨੂੰ ਯੂਜ਼ ਕੀਤਾ ਗਿਆ ਔਰ ਜਿਸ ਮਟੀਰੀਅਲ ਨਾਲ ਖੂਹ ਤਿਆਰ ਕੀਤਾ ਉਸੇ ਮਟੀਰੀਅਲ ਨਾਲ ਫਰਸ਼ ਤਿਆਰ ਕੀਤਾ ਗਿਆ ਔਰ ਇਹ ਵਾਟਰ ਅਸਿਸਟੈਂਟ ਵੀ ਹੈ, ਪਾਣੀ ਦੀ ਬੂੰਦ ਤੱਕ ਅੰਦਰ ਨਹੀਂ ਜਾਏਗੀ ਇਹਦੇ ਜਿੰਨਾ ਮਰਜ਼ੀ ਬਾਰਿਸ਼ ਆ ਜਾਵੇ ਤਾਂ ਜਿਹਦੇ ਨਾਲ ਇਹਦੀ ਛੱਤ ਵੀ ਕਾਫੀ ਸਿਕਿਉਰ ਰਹਿੰਦੀ ਹੈਗੀ ਹੈ ਔਰ ਨੈਚੁਰਲੀ ਗੱਲ ਹੈਗੀ ਹੈ, ਨੈਚੁਰਲ ਅਸੀਂ ਸਰਾਊਂਡਿੰਗ ਹਰ ਜਗ੍ਹਾ ਤੇ ਓਰੀਜਨਲ ਤੇ ਨੈਚੁਰਲ ਮਟੀਰੀਅਲ ਯੂਜ਼ ਕੀਤਾ, ਕਿਤੇ ਵੀ ਸਿੰਥੈਟਿਕ ਤੇ ਆਰਟੀਫੀਸ਼ੀਅਲ ਕੁਝ ਯੂਜ਼ ਹੀ ਨਹੀਂ ਕੀਤਾ। ਜੇ ਤੁਹਾਨੂੰ ਲੱਕੜ ਵਰਗਾ ਲੱਗ ਰਿਹਾ ਤੇ ਉਹ ਤੁਹਾਨੂੰ ਲੱਕੜ ਹੀ ਮਿਲੇਗੀ, ਜੇ ਤੁਹਾਨੂੰ ਉਹ ਚੂਨੇ ਵਰਗਾ ਲੱਗ ਰਿਹਾ ਤੇ ਚੂਨਾ ਹੀ ਮਿਲੇਗਾ, ਜੇ ਤੁਹਾਨੂੰ ਮਿੱਟੀ ਵਰਗਾ ਲੱਗ ਰਿਹਾ ਤਾਂ ਮਿੱਟੀ ਹੀ ਮਿਲੇਗੀ। ਮਿਹਨਤ ਬੜੀ ਆਈ ਹੋਣੀ ਹੈ ਜੀ ਡਾਕਟਰ ਸਾਹਿਬ ਫਿਰ ਇਸ ਘਰ ਨੂੰ ਬਣਾਉਣ ਦੇ ਲਈ, ਉਮਰਾਂ ਵਧਾਉਣ ਵਾਲੇ ਘਰ ਨੂੰ ਬਣਾਉਣ ਦੇ ਲਈ। ਦੇਖੋ ਫਾਰੂਕੀ ਜੀ, ਅਗਰ ਬੁਰਜ ਖਲੀਫਾ ਬਣ ਸਕਦਾ ਨਾ ਜਿਹੜਾ 100 ਤੇ ਕੁਝ 100 ਪਲੱਸ ਕਹਿੰਦੇ ਹੁੰਦੀ ਹੈ ਫਲੋਰਿੰਗ ਹੈ ਠੀਕ ਹੈ ਸਰ, ਜੇ 100 ਮੰਜ਼ਲਾਂ ਤੋਂ ਵੱਡੀ ਬਿਲਡਿੰਗ ਦੁਬਈ ਬਣਾ ਸਕਦਾ ਤੇ ਅਸੀਂ 100 ਸਾਲ ਦਾ ਜੀਵਨ ਜਿਉਣ ਵਾਲਾ ਘਰ ਵੀ ਬਣਾ ਸਕਦੇ ਹਾਂ ਠੀਕ। ਤਾਂ ਇਹ ਸਾਰੀ ਗੱਲ ਹੈਗੀ ਇੰਟਰਸਟ ਦੀ, ਜਦੋਂ ਸਾਡੇ ਅੰਦਰ ਇੰਟਰਸਟ ਪੈਦਾ ਹੋ ਜਾਂਦਾ ਤੇ ਇਨਸਾਨ ਚੰਦਰਮਾ ਤੇ ਜਾ ਸਕਦਾ ਤੇ ਸਾਨੂੰ ਧਰਤੀ ਤੇ 100 ਸਾਲ ਨਹੀਂ ਲੱਭਦੇ ਜਿੰਦਾ ਰਹਿਣ ਲਈ, ਤਾਂ 100 ਸਾਲ ਜਿੰਦਾ ਰਹਿਣ ਲਈ ਜਿਹੜੇ ਲੱਭਣੇ ਆ ਉਹਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਨੈਚੁਰਲ ਸਾਇੰਸ ਦੇ ਥਰੂ ਔਰ ਇਹਦੇ ਵਿੱਚ ਮੈਂ ਥੈਂਕਸਫੁਲ ਵੀ ਰਹੂੰਗਾ ਸਾਡੇ ਨਾਲ IIT ਦੇ ਜਿਹੜੇ ਸਾਇੰਟਿਸਟ ਨੇ ਡਾਕਟਰ ਸ਼ਿਵਦਰਸ਼ਨ ਮਲਿਕ ਜੀ, ਉਹਨਾਂ ਦੀ ਟੈਕਨੀਕਲ ਕੋਲੈਬੋਰੇਸ਼ਨ ਉਹਨਾਂ ਦੀ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਨਾਲ ਉਹਨਾਂ ਨੇ ਕੀਤੀ ਔਰ ਉਹਨਾਂ ਦਾ ਬੜਾ ਸਹਿਯੋਗ ਰਿਹਾ ਇੱਟ ਨੂੰ ਬਣਾਉਣ ਤੋਂ ਲੈ ਕੇ ਪਲਸਤਰ ਈਵਨ ਪੇਂਟ ਨੂੰ ਤਿਆਰ ਕਰਨ ਤੱਕ ਉਹਨਾਂ ਦੀ ਟੈਕਨੀਕਲ ਕੋਲੈਬੋਰੇਸ਼ਨ ਉਹਨਾਂ ਦੀ ਟੀਮ ਸਾਡੇ ਨਾਲ ਰਹੀ ਔਰ ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਅਸੀਂ ਫੁੱਲ ਫਲੈਜ ਕਰ ਸਕੇ। ਜੀ ਸੋ ਤਸਵੀਰਾਂ ਨੇ ਜਿਹੜੀ ਅਸੀਂ ਤੁਹਾਨੂੰ ਦਿਖਾਈਆਂ ਨੇ, ਪੁਲ ਬਣਾਇਆ ਗਿਆ ਜੀ, ਪੁਲ ਕਿਸ ਚੀਜ਼ ਲਈ, ਕੀ ਚੀਜ਼ ਦਰਸਾ ਰਿਹਾ ਹੈ? ਇਹ ਬ੍ਰਿਜ ਹੈ। ਦੇਖੋ ਕੀ ਹੁੰਦਾ ਹੈ ਕਿ ਜਦੋਂ ਆਪਾਂ ਕੋਈ ਚੀਜ਼ ਬਣਾਉਣੀ ਆ ਕੋਸ਼ਿਸ਼ ਹੁੰਦੀ ਕਿ ਉਹ 'ਚ ਅਸੀਂ ਖੂਬਸੂਰਤੀ ਵੀ ਐਡ ਕਰੀਏ, ਜਿਵੇਂ ਹਰ ਕੋਠੀ ਦੇ ਵਿੱਚ ਮਕਾਨ ਦੇ ਵਿੱਚ ਐਲੀਵੇਸ਼ਨ ਤਿਆਰ ਕੀਤਾ ਜਾਂਦਾ ਸੋ ਜਿਸ ਤਰ੍ਹਾਂ ਦਾ ਘਰ ਇਹਨੂੰ ਇਹਦਾ ਵੀ ਐਲੀਵੇਸ਼ਨ ਇਸ ਤਰ੍ਹਾਂ ਦੀ ਸੀ ਤਾਂ ਇਹਦੇ ਵਿੱਚ ਇਸ ਬਿਲਡਿੰਗ ਤੋਂ ਇਸ ਪੋਰਸ਼ਨ ਦੇ ਵਿੱਚ ਜਿਹੜਾ ਗੈਪ ਸੀ ਉਹਦੇ 'ਚ ਅਸੀਂ ਇੱਕ ਵੁਡਨ ਲੱਕੜ ਦਾ ਜਿਹੜਾ ਬ੍ਰਿਜ ਆ ਲੱਕੜ ਔਰ ਲੋਹੇ ਦੇ ਕੰਬੀਨੇਸ਼ਨ ਨਾਲ ਬਣਾਇਆ ਹੈਗਾ ਔਰ ਇਹਦੀ ਦਿੱਖ ਵੀ ਅੱਛੀ ਲੱਗਦੀ ਆ, ਦੂਰੋਂ ਇਹਨੂੰ ਹਾਈਲਾਈਟ ਵੀ ਕਰਦਾ ਘਰ ਨੂੰ ਔਰ ਇਸ ਮਾਡਲ ਨੂੰ ਇਹ ਰਿਲੇਟ ਵੀ ਕਰ ਰਿਹਾ ਤਾਂ ਖੂਬਸੂਰਤੀ ਵੱਧਦੀ ਹੈਗੀ ਹੈ। ਚੀਜ਼ ਜਿੰਨੀ ਅੱਛੀ ਬਣੇਗੀ ਖੂਬਸੂਰਤ ਬਣੇਗੀ ਉਹਦੇ 'ਚ ਰਹਿਣ ਦਾ ਉਹਨਾਂ ਜ਼ਿਆਦਾ ਵਧੀਆ ਮਨ ਆਏਗਾ। ਇੱਥੇ ਵੀ ਸਾਰੇ ਫਿਰ ਇਹ ਕਿਸ ਚੀਜ਼ ਦੀ, ਇਹ ਵੀ ਚੂਨੇ ਦੀਆਂ ਨੇ ਜੀ ਜਿਹੜੀਆਂ ਤੁਸੀਂ ਇੱਥੇ ਅਸੀਂ ਕਹਿ ਲਈਏ ਕਿ ਇੱਕ ਤਰ੍ਹਾਂ ਦੀਵਾਰਾਂ ਖੜੀਆਂ ਕੀਤੀਆਂ ਨੇ? ਇਹ ਵਾਲੀਆਂ ਸਾਨੂੰ ਸੀਮੈਂਟਡ ਹੀ ਲਾਉਣੀਆਂ ਪਈਆਂ, ਰੀਜ਼ਨ ਹੈ ਕਿ ਪੰਜਾਬ 'ਚ ਅਜੇ ਇਹਦੇ ਤੇ ਚੂਨੇ ਦੀ ਚੀਜ਼ ਬਣਦੀ ਨਹੀਂ ਠੀਕ ਹੈ, ਗੁਜਰਾਤ 'ਚ ਬਣਦੀ ਹੈ ਲੇਕਿਨ ਉਹ ਇੰਨੇ ਟਾਈਮ 'ਚ ਇੰਨੀ ਜ਼ਿਆਦਾ ਮਟੀਰੀਅਲ ਸਾਡੇ ਕੋਲ ਅਵੇਲੇਬਲ ਨਹੀਂ ਹੋ ਰਹੀ ਸੋ ਇਹ ਸਾਨੂੰ ਸੀਮੈਂਟਡ ਹੀ ਲਾਉਣੇ ਪਈਆਂ ਲੇਕਿਨ ਇਹ 'ਤੇ ਜਿਹੜਾ ਹੈਗਾ ਪੇਂਟ ਵੀ ਅਸੀਂ ਯੂਜ਼ ਕੀਤਾ ਉਹ ਪਾਣੀ ਵਾਲਾ ਬੇਸ ਵਾਲਾ ਯੂਜ਼ ਕੀਤਾ। ਅੱਛਾ ਮੈਂ ਤੁਹਾਨੂੰ ਚੀਜ਼ ਦੱਸ ਦਿਆਂ, ਇਹ ਅਸੀਂ ਮਾਰਕੀਟ 'ਚ ਹੀ ਲਿਆ ਪਾਣੀ ਵਾਲਾ ਬੇਸ ਜਿਹੜਾ ਇਹਦੇ 'ਤੇ ਯੂਜ਼ ਹੋਇਆ ਵਾਈਟ ਵਾਲਾ। ਹੁਣ ਇਹ ਚੀਜ਼ ਸਾਨੂੰ ਹੁਣ ਸਮਝ ਲੱਗੀ ਹੈਗੀ ਆ ਕਿ ਮਾਰਕੀਟ 'ਚ ਵੀ ਘੱਟ ਕੈਮੀਕਲ ਵਾਲੇ ਪੇਂਟ ਆਉਂਦੇ ਨੇ ਬਟ ਸਾਨੂੰ ਨਾ ਪਤਾ ਹੋਣ ਕਰਕੇ ਅਸੀਂ ਯੂਜ਼ ਹੀ ਨਹੀਂ ਕਰਦੇ ਠੀਕ ਹੈ। ਤਾਂ ਇਹਦੇ 'ਚ ਹੁਣ ਪਾਣੀ ਦੇ ਵਿੱਚ ਇਹ ਕੈਮੀਕਲ ਬਹੁਤ ਘੱਟ ਹੁੰਦਾ, ਬੇਸ ਇਹਦਾ ਪਾਣੀ ਹੁੰਦਾ ਸੋ ਇਹਨੂੰ ਇਹਦੇ ਵਿੱਚ ਯੂਜ਼ ਕੀਤਾ ਗਿਆ ਹੈਗਾ। ਸੋ ਕੋਸ਼ਿਸ਼ ਇਹੀ ਕੀਤੀ ਗਈ ਜਿੰਨਾ ਵੀ ਮਿਨੀਮਮ ਤੋਂ ਮਿਨੀਮਮ ਜਿਹੜਾ ਹੈਗਾ ਅਸੀਂ ਕੈਮੀਕਲ ਰੇਸ਼ੋ ਕਰੀਏ। ਇਨ 99% ਕੈਮੀਕਲ ਫ੍ਰੀ ਘਰ ਹੈ ਠੀਕ ਹੈ, 1% ਰੇਸ਼ੋ ਹੁੰਦੀ ਜਿਵੇਂ ਇਹਦੇ 'ਚ ਸਾਨੂੰ ਕਰਨਾ ਪਿਆ ਉਹ ਵੇਰੀਏਸ਼ਨ ਹੈ ਕਿਉਂਕਿ 100% ਅਜੇ ਇੰਨੀ ਜਲਦੀ ਕੋਈ ਚੀਜ਼ਾਂ ਕਰ ਪਾਉਣੀਆਂ ਮੁਸ਼ਕਲ ਨੇ। ਜੀ ਸੋ ਜਿਹੜੀਆਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬੜਾ ਅਸੀਂ ਕਹਿ ਲਈਏ ਬਹੁਤ ਇੱਕ ਮਾਡਰਨ ਜ਼ਿੰਦਗੀ ਨੂੰ ਰਿਪਰੈਜ਼ੈਂਟ ਕਰਦਾ, ਜ਼ਿੰਦਗੀ ਵਧਾਉਣ ਵਾਲਾ ਜਿਹੜਾ ਇਹ ਅਸੀਂ ਇਹਨੂੰ ਘਰ ਨਾ ਕਹੀਏ, ਇਹਨੂੰ ਤਾਂ ਅਸੀਂ ਨੁਸਖਾ ਹੀ ਕਹਿ ਲਈਏ ਇੱਕ ਤਰ੍ਹਾਂ ਡਾਕਟਰ ਵਰਿੰਦਰ ਭੁੱਲਰ ਹੋਰਾਂ ਦਾ। ਔਰ ਹੁਣ ਤੁਹਾਨੂੰ ਜਿਹੜਾ ਅਸੀਂ ਦਿਖਾਉਣੇ ਆ ਇਸ ਘਰ ਦੇ ਵਿੱਚ ਭਾਂਡੇ ਨੇ ਜਿਹੜੇ ਉਹ ਕਿਵੇਂ ਮਾਂਜੇ ਜਾਂਦੇ ਨੇ, ਕਿਸ ਜਿਹੜੀ ਇਹ ਸਵਾਹ ਪਈ ਹੈ ਜੀ ਫਿਰ? ਜੀ ਸੋ ਇਹ ਦੇਖੋ ਤੁਸੀਂ ਤਸਵੀਰਾਂ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਇਸ ਘਰ ਦੇ ਵਿੱਚ ਨਾ ਕਿਸੇ ਤਰ੍ਹਾਂ ਦੀ ਕੋਈ ਡਿਟਰਜੈਂਟ ਹੈ ਨਾ ਕੋਈ ਹੋਰ ਡਿਸ਼ ਵਾਸ਼ ਹੈ, ਕੁਝ ਵੀ ਹੈ ਨਹੀਂ। ਜੀ ਸੋ ਇਹ ਸਵਾਹ ਨੂੰ ਯੂਜ਼ ਕੀਤਾ ਗਿਆ
ਜਦੋਂ ਸਵਾਹ ਨੂੰ ਦੇਖ ਲੈਂਦੇ, ਬਹੁਤ ਸਾਰੇ ਪਿੰਡਾਂ ਨੂੰ ਬਿਲੋਂਗ ਕਰਦੇ ਦਰਸ਼ਕ ਤਾਂ ਗੱਲ ਸਮਝ ਹੀ ਗਏ ਹੋਣਗੇ ਕਿ ਵਾਕਈ ਸਵਾਹ ਦਾ ਫਾਇਦਾ ਹੈਗਾ। ਹਾਂ, ਗੱਲ ਹੈਗੀ ਜਿੰਨੇ ਅਸੀਂ ਮਾਡਰਨ ਔਰ ਪਰ ਅਸੀਂ ਤਾਂ ਕਹਿੰਦੇ ਨੇ ਕਿ ਇਹਦਾ ਸਵਾਹ ਫਾਇਦਾ ਹੈ। ਸਵਾਦ ਦਾ ਹੀ ਤਾਂ ਫਾਇਦਾ ਹੈ। ਹਾਂ, ਅਗਰ ਔਰ ਇਹਦੇ ਨਾਲ ਇੱਕ ਤਾਂ ਬਰਤਨ ਦੀ ਚਮਕ ਵੱਧਦੀ ਹੈ, ਜੋ ਮੈਂ ਚੀਜ਼ਾਂ ਫੀਲ ਕੀਤੀਆਂ ਨੇ। ਦੂਸਰਾ ਕੀ ਹੈਗਾ ਹੈ ਕਿ ਅਗਰ ਇਹ ਹਿੱਸਾ ਲੱਗਾ ਵੀ ਰਹਿ ਜੇ ਤਾਂ ਮੈਂ ਕਹਿੰਦਾ ਸਾਡੇ ਅੰਦਰ ਵੀ ਅਗਰ ਚਲੇ ਜਾਵੇ ਤਾਂ ਆਪਾਂ ਨੈਗੇਟਿਵ ਸਾਈਡ ਆ ਜਾਂਦੇ ਹਾਂ, ਤਾਂ ਇਹ ਸਾਡੀ ਆਂਤੜੀਆਂ ਨੂੰ ਸਾਫ਼ ਕਰਦੀ ਹੋਈ ਬਾਹਰ ਆਏਗੀ। ਤੀਸਰੀ ਚੀਜ਼, ਜਿਹੜਾ ਕਾਸਟਿਕ, ਜਿਹੜਾ ਕੈਮੀਕਲਸ, ਜਿਹੜਾ ਸਾਬਣ ਅਸੀਂ ਯੂਜ਼ ਕਰਦੇ ਹਾਂ, ਅਗਰ ਤੁਸੀਂ ਉਹਨੂੰ ਸਾਫ਼ ਕਰਨ ਦੇ ਮੈਥਡ ਨੂੰ ਫੋਲੋ ਕਰੋ ਤਾਂ ਕਮ ਸੇ ਕਮ ਇੱਕ ਭਾਂਡਾ 40 ਵਾਰੀ ਧੋਣਾ ਪਏਗਾ, ਫਿਰ ਉਹ ਸਾਬਣ ਉਤਰੇਗਾ। ਮਤਲਬ ਜਿਸ ਭਾਂਡਿਆਂ ਨਾਲ ਜਿਸ ਅਸੀਂ ਕਹਿ ਲਈਏ ਕਿ ਡਿਟਰਜੈਂਟ ਡਿਸ਼ਵਾਸ਼ ਨਾਲ ਅਸੀਂ ਜਿਹੜੀ ਮਾਡਰਨ ਇਸ ਵੇਲੇ ਬੜੀਆਂ ਮਸ਼ਹੂਰੀਆਂ ਹੁੰਦੀਆਂ ਨੇ, ਅਗਰ ਉਹਨੂੰ ਤੋਂ ਪਹਿਲਾਂ ਤਾਂ ਉਹ ਭਾਂਡਾ ਧੋ ਲਿਆ ਤੇ ਉਸ ਤੋਂ ਬਾਅਦ ਜੇ ਉਹਨੂੰ ਡਿਸ਼ ਨੂੰ ਧੋਣ ਵਾਸਤੇ 40 ਵਾਰ ਬਰਤਨ ਨੂੰ ਪਾਣੀ 'ਚ ਕੱਢਣਾ ਪਏਗਾ, ਉਹ ਵੀ ਗਰਮ ਪਾਣੀ 'ਚ, ਫਿਰ ਉਹ ਫ੍ਰੀ ਹੋਏਗਾ ਉਹਦੇ ਤੋਂ। ਤਾਂ ਮੈਨੂੰ ਦੱਸੋ ਕੌਣ 40 ਵਾਰੀ ਧੋਂਦਾ? ਸਾਡਾ ਮਕਸਦ ਤਾਂ ਇਹ ਵੀ ਲੱਗਾ ਤਾਂ ਨਹੀਂ ਰਹਿ ਗਿਆ, ਜਿਹੜਾ ਅੱਖਾਂ ਨੂੰ ਦਿਖਦਾ, ਜਿਹੜਾ ਉਹ ਪਾਣੀ ਦੀ ਫਾਰਮ 'ਚ ਨਾਲ ਚਿਪਕਿਆ ਹੁੰਦਾ, ਜਿਹੜਾ ਸੁੱਕਣ ਤੋਂ ਬਾਅਦ ਸਾਨੂੰ ਭਾਂਡਿਆਂ ਦੇ ਨਾਰਮਲ ਤੁਸੀਂ ਦੇਖੋ ਜੇ ਵਾਈਟ ਨਜ਼ਰ ਆਉਂਦਾ, ਠੀਕ ਹੈ, ਉਹ ਜਿਹੜਾ ਹਿੱਸਾ ਹੈ ਉਹ ਬਾਈ ਡਿਫਾਲਟ ਸਾਡਾ, ਅਸੀਂ ਪਾਣੀ ਪੀਂਦੇ ਹਾਂ ਜਾਂ ਉਹ 'ਚ ਗਰਮ ਸਬਜ਼ੀ ਪਾਉਂਦੇ ਹਾਂ, ਰੋਟੀ ਰੱਖ ਕੇ ਖਾਂਦੇ ਹਾਂ, ਉਹ ਹਿੱਸਾ ਸਾਡੇ ਅੰਦਰ ਜਦੋਂ ਜਾਂਦਾ ਹੈ, ਦੇਖੋ ਇੱਕ ਵਾਰੀ ਗਿਆ ਤਾਂ ਉਹ ਬੜੀ ਮਾਈਕਰੋ ਜੀ ਕੁਆਂਟੀਟੀ ਹੈ ਉਹਦੀ, ਠੀਕ ਹੈ, ਲੇਕਿਨ ਕੰਸਿਸਟੈਂਟਲੀ ਲਗਾਤਾਰ ਉਹ 10 ਸਾਲ ਤੋਂ ਜਾ ਰਿਹਾ, ਠੀਕ ਹੈ। ਇਹ ਤਾਂ ਉਹੀ ਗੱਲ ਲੱਗ ਗਈ ਨਾ, ਪੇਸਟ ਦੇ ਵਿੱਚ ਅਗਰ SLS ਹੈ, ਠੀਕ ਹੈ, ਉਹਦੇ ਅੰਦਰ ਅਗਰ ਫਲੋਰਾਈਡ ਹੈ ਤਾਂ ਜੀ ਉਹ ਇੱਕ ਵਾਰੀ ਗਿਆ ਤਾਂ ਕੋਈ ਦਿੱਕਤ ਨਹੀਂ। ਪਰ ਬੱਚਾ ਤਾਂ ਮੇਰਾ 3 ਸਾਲ ਦਾ ਸੀ ਜਦੋਂ ਤੋਂ ਬਰਸ਼ ਕਰ ਰਿਹਾ, ਤੇ ਹੁਣ 18 ਸਾਲ ਦਾ ਹੋ ਗਿਆ। ਮੈਂ ਹੁਣ ਤੇ ਨਮਕ ਪੁੱਛਣ ਲੱਗ ਗਏ ਜੀ ਕਿ ਆਪਕੇ ਟੂਥਪੇਸਟ में नमक है? ਸਰ ਉਹ ਪਤਾ, ਅੱਛਾ, ਅਗਰ ਉਹਨਾਂ ਨੇ ਪੁੱਛਿਆ ਹੈ ਨਾ, ਤੇ ਇਹ ਵੀ ਅਕਲ ਉਹਨਾਂ ਨੂੰ ਨੈਚੁਰਲ ਸਾਇੰਸ ਤੋਂ ਆਈ ਹੈ ਵੀ ਜਿਹੜੇ ਦੰਦਾਂ ਦੀ ਸਫਾਈ ਹੈਗੀ ਆ ਉਹ ਪਿੰਕ ਰੌਕ ਸਾਲਟ, ਹਲਦੀ, ਕੋਕੋਨਟ ਵਾਟਰ ਜਾਂ ਸਰੋਂ ਦੇ ਤੇਲ ਤੋਂ ਹੁੰਦੀ ਹੈ। ਪਹਿਲਾਂ ਤੇ ਸਵਾਹ ਨਾਲ ਹੀ ਦੰਦ ਸਾਫ਼ ਕਰ ਦਿੰਦੇ ਸੀ ਬਜ਼ੁਰਗ ਸਾਡੇ ਕੋਲ ਲੈ ਕੇ ਲੱਕੜ ਦਾ। ਬਿਲਕੁਲ, ਜਿਹਦੀ ਤੁਸੀਂ ਗੱਲ ਕੀਤੀ ਹੈ, ਉਸ ਕੰਪਨੀ ਦੀ ਜਿਹੜੀ ਪਹਿਲੀ 1986 ਦੇ ਵਿੱਚ ਜਿਹੜਾ ਬ੍ਰਾਂਡ ਆਇਆ ਸੀ ਉਹ ਕੋਲੇ ਦਾ ਤਾਂ ਸੀ, ਉਦੋਂ ਇਹਨਾਂ ਨੇ ਕੋਲੇ ਹੀ ਪ੍ਰਮੋਟ ਕੀਤਾ ਸੀ ਵੀ ਅਸੀਂ ਕੋਲੇ ਵਾਲੀ ਪੇਸਟ ਦਿੱਤੀ ਹੈ, ਠੀਕ ਹੈ। ਉਹ ਚੱਲਦੇ ਅੱਜ ਨਮਕ ਤੇ ਆ ਗਏ ਨੇ, ਠੀਕ ਹੈ। ਐਟ ਦਾ ਐਂਡ ਇਹਨਾਂ ਨੂੰ ਵੀ ਪਤਾ ਹੈ ਕਿ ਸੱਚ ਹੈ ਕੀ, ਠੀਕ ਹੈ। ਉਹ ਜਦੋਂ ਸਾਨੂੰ ਪੂਰੇ ਟਰੈਪ 'ਚ ਫਸਾ ਲਿਆ, ਲੁੱਟ ਲਿਆ, ਖਾ ਲਿਆ, ਅਖੀਰ ਤੇ ਹੁਣ ਕਹਿੰਦੇ ਵੀ ਲੋਕ ਹੋ ਗਏ ਨੇ ਥੋੜਾ ਜਿਹਾ ਨੈਚੁਰਲ ਸਾਇੰਸ ਵੱਲ, ਹੁਣ ਥੋੜਾ ਇਹਨਾਂ ਦੀ ਭਾਸ਼ਾ ਵੀ ਵਿੱਚ ਐਡ ਕਰ ਲਈਏ, ਨਮਕ ਹੈ। ਸੋ ਕਹਿਣ ਦਾ ਮਤਲਬ ਹੈ ਸਰ, ਅਸੀਂ ਬਹੁਤ ਕੁਝ ਗਵਾਉਣ ਤੋਂ ਬਾਅਦ ਜੋ ਸਿਆਣੇ ਹੁੰਦੇ ਆ, ਪਹਿਲਾਂ ਕਿਉਂ ਨਹੀਂ ਸਾਨੂੰ ਇੱਧਰ ਆਇਆ ਜਾਂਦਾ। ਚਲੋ ਸਾਡੇ ਕੋਲ ਬਹੁਤ ਸਾਰੇ ਪੇਸ਼ੈਂਟ ਆਉਂਦੇ, ਕਹਿੰਦੇ ਡਾਕਟਰ ਸਾਹਿਬ ਕੀ ਕਰੀਏ, ਸਵਾਹ ਮਿਲਦੀ ਨਹੀਂ ਸ਼ਹਿਰਾਂ 'ਚ, ਤਾਂ ਅਸੀਂ ਉਹਦਾ ਵੀ ਹੱਲ ਦੇ ਦਿੱਤਾ, ਅਸੀਂ ਪੈਕਿੰਗ ਕਰਨੀ ਸ਼ੁਰੂ ਕਰਤੀ। ਕਿਆ ਬਾਤ ਹੈ, ਮਤਲਬ ਹੁਣ ਤੁਸੀਂ ਸਵਾਹ ਵੇਚਦੇ ਹੋ? ਨਹੀਂ ਨਹੀਂ, ਅਸੀਂ ਫਿਲਹਾਲ ਇਨੀਸ਼ੀਅਲ ਲੈਵਲ ਤੇ ਅਸੀਂ ਸਭ ਨੂੰ ਕਹਿੰਦੇ ਆ ਜਿੰਨੀ ਸਾਡੇ ਕੋਲ ਅਵੇਲੇਬਲ ਆ, ਅਸੀਂ ਫਿਲਹਾਲ ਵੇਚਾਂਗੇ ਨਹੀਂ। ਜਿਹੜਾ ਕੋਈ ਆਪਦੇ ਪਰਿਵਾਰ ਨੂੰ ਬਚਾਉਣਾ ਚਾਹੁੰਦਾ, ਜਿੰਨੀ ਸਾਡੇ ਕੋਲ ਅਵੇਲੇਬਲ ਹੋਗੀ ਫ੍ਰੀ ਆਫ ਕਾਸਟ ਗਿਫਟ ਦੇਵਾਂਗੇ ਅਸੀਂ, ਤੁਸੀਂ ਲਿਜਾਓ, ਸ਼ੁਰੂ ਕਰੋ, ਠੀਕ ਹੈ। ਜੇ ਸਾਡੇ ਇੰਨੇ ਉਦਮ ਨਾਲ ਤੁਹਾਡੇ ਪਰਿਵਾਰ ਦਾ ਭਲਾ ਹੁੰਦਾ, ਸਾਨੂੰ ਕੋਈ ਹੈਜੀਟੇਸ਼ਨ ਨਹੀਂ ਹੈਗੀ ਇਹ ਸੇਵਾ ਕਰਨ ਦੇ ਵਿੱਚ, ਤੁਸੀਂ ਸ਼ੁਰੂ ਕਰੋ। ਅੱਛਾ ਡਾਕਟਰ ਸਾਹਿਬ, ਇੱਕ ਹੋਰ ਬੜਾ ਕਨਸੈਪਟ ਸਾਡੇ ਘਰਾਂ ਦੇ ਵਿੱਚ ਇਸ ਵੇਲੇ ਜਿਹੜਾ ਆ ਚੁੱਕਿਆ, ਉਹ ਹੈ ਅਟੈਚ ਵਾਸ਼ਰੂਮ ਦਾ, ਮਤਲਬ ਟਾਇਲਟ ਦਾ ਕਹਿ ਲਈਏ ਜਾਂ ਵਾਸ਼ਰੂਮ ਦਾ ਕਹਿ ਲਈਏ। ਪਰ ਮੈਂ ਇੱਥੇ ਇੱਕ ਚੀਜ਼ ਦੇਖੀ ਹੈ, ਤੁਸੀਂ ਵੱਡੀ ਦੂਰੀ ਹੈਗੀ ਹੈ ਗੁਸਲਖਾਨੇ ਤੋਂ, ਵਾਸ਼ਰੂਮ ਤੋਂ ਟਾਇਲਟ ਦੀ ਜਿਹੜੀ ਰੱਖੀ ਹੈ, ਇਹਦੇ ਪਿੱਛੇ ਕੀ ਸਾਇੰਸ ਹੈ ਜੀ? ਦੇਖੋ, ਇਹ ਸਾਇੰਸ ਹੀ ਨੈਚੁਰਲ ਹੈਲਥ ਸਾਇੰਸ ਹੈ। ਜਦੋਂ ਪਹਿਲਾਂ ਅਸੀਂ ਪੇਟ ਦੀ ਸਫਾਈ ਕਰਨ ਲਈ ਸੁਬਾਹ ਉੱਠਦੇ ਸੀ, ਲੋਟਾ ਫੜਦੇ ਸੀ, ਤਾਂ ਆਪਣੇ ਲਿਵਿੰਗ ਏਰੀਆ ਤੋਂ, ਆਪਣੇ ਕਿਚਨ ਤੋਂ ਇੱਕ ਦੂਰੀ ਤੈਅ ਕਰਦੇ ਸੀ। ਉਹਦੇ ਨਾਲ 2-3 ਚੀਜ਼ਾਂ ਬੜੀਆਂ ਐਕਟਿਵ ਹੋ ਜਾਂਦੀਆਂ ਸੀ। ਇੱਕ ਤਾਂ ਜਦੋਂ ਅਸੀਂ ਚੱਲਦੇ ਹਾਂ, ਸਾਡੀ ਬਾਡੀ ਦੇ ਵਿੱਚ ਹਵਾ ਦਾ ਪਸਾਰ ਵੱਧ ਜਾਂਦਾ, ਹਵਾ ਦਾ ਪਸਾਰ ਵਧੇਗਾ ਤੇ ਪ੍ਰੈਸ਼ਰ ਤੇਜ਼ ਹੋਏਗਾ, ਠੀਕ ਹੈ, ਕਿਉਂਕਿ ਇੱਕ ਤਾਂ ਤੁਸੀਂ ਕਵਰਡ ਏਰੀਆ 'ਚੋਂ ਬਾਹਰ ਆ ਗਏ, ਜੇ ਤੁਸੀਂ ਅੰਦਰ ਸੁੱਤੇ ਹੋ, ਤੇ ਜਦੋਂ ਚੱਲ ਕੇ ਦੂਰੀ ਤੈਅ ਕਰਕੇ ਗਏ ਹੋ ਤੇ ਹਵਾ ਦਾ ਪਸਾਰ ਹੋ ਗਿਆ ਬਾਡੀ ਦੇ ਵਿੱਚ, ਤੇ ਪ੍ਰੈਸ਼ਰ ਵੱਧ ਗਿਆ, ਜਦੋਂ ਜਾਓਗੇ ਪੇਟ ਪ੍ਰੋਪਰ ਸਾਫ਼ ਹੋਏਗਾ, ਕਿਉਂਕਿ ਉਸੇ ਪੋਜੀਸ਼ਨ ਵੀ ਉਹੀ ਯੂਜ਼ ਕੀਤੀ ਜਾਂਦੀ ਸੀ, ਠੀਕ ਹੈ। ਅੱਜ ਬਾਥਰੂਮ ਵੀ ਅਟੈਚ ਹੋ ਗਏ, ਦੂਰੀ ਨਿਲ ਹੋ ਗਈ, ਜ਼ੀਰੋ ਹੀ ਹੋ ਗਈ, ਕਿਉਂਕਿ ਨਾਲ ਹੀ ਹੈ, ਕੰਧ ਹੀ ਕ੍ਰਾਸ, ਅਸੀਂ ਨੈਚੁਰਲ ਫਿਨੋਮੀਨਾ ਹੀ ਤੋੜਤਾ। ਬਿਲਕੁਲ, ਉਹ ਸਟਰਕਚਰ ਹੀ ਤੋੜ ਦਿੱਤਾ ਅਸੀਂ। ਇੱਕ ਤਾਂ ਅਸੀਂ ਦੂਰੀ ਖਤਮ ਕਰਤੀ, ਦੂਸਰਾ ਪੋਜੀਸ਼ਨ ਖਤਮ ਕਰਤੀ ਉਹਨਾਂ ਨੇ, ਉਹ ਪੋਜੀਸ਼ਨ ਹੀ ਖਤਮ ਕਰਤੀ ਜਿਸ ਪੋਜੀਸ਼ਨ 'ਚ ਜਾ ਕੇ ਅਸੀਂ ਪੇਟ ਦੀ ਸਫਾਈ ਕਰਾਉਣੀ ਆ। ਤੇ ਜਿਹੜੀ ਮੈਂ ਗੱਲ ਵਿੱਚ ਕਹੀ ਹਵਾ ਆਕਸੀਜਨ ਲੈਵਲ ਵਧਣ ਵਾਲੀ, ਉਹ ਤਾਂ ਹੈ ਹੀ ਜ਼ੀਰੋ। ਕਵਰਡ ਏਰੀਆ 'ਚ ਉੱਠੇ ਆ, ਕੰਧ ਕ੍ਰਾਸ ਕੀਤੀ, ਨਾਲ ਹੀ ਜਾ ਕੇ ਬਹਿ ਗਏ ਆ, ਹਵਾ ਤਾਂ ਅੰਦਰ ਆਈ ਨਹੀਂ, ਆਕਸੀਜਨ ਇਨਵਾਇਰਨਮੈਂਟ ਅੰਦਰ ਬਣਿਆ ਨਹੀਂ। ਸਾਰੀ ਬਾਡੀ ਤਾਂ ਰਾਤ ਦੇ ਤੇਜ਼ਾਬ ਨਾਲ ਭਰੀ ਹੋਈ ਹੈ, ਐਸਿਡ ਨਾਲ ਭਰੀ ਹੋਈ ਹੈ। ਉਹ ਜਦੋਂ ਆਕਸੀਜਨ ਲੈਵਲ ਨਹੀਂ ਨਾ ਬਣਦਾ ਤੇ ਪੇਟ 'ਚ ਪ੍ਰੈਸ਼ਰ ਵੀ ਨਹੀਂ ਬਣਦਾ। ਤਕਰੀਬਨ 80% ਪੇਸ਼ੈਂਟ ਆ ਕੇ ਜੇ ਸਾਨੂੰ 10 ਰੋਗ ਲਿਖਾਉਂਦੇ ਆ ਨਾ, ਉਹ 'ਚ ਇੱਕ ਰੋਗ ਤਾਂ ਫਿਕਸ ਹੀ ਲਿਖਾਉਂਦੇ ਆ, ਡਾਕਟਰ ਸਾਹਿਬ ਕੌਨਸਟੀਪੇਸ਼ਨ ਰਹਿੰਦੀ ਆ। ਹੁਣ ਕਈ ਵਾਰੀ ਅਸੀਂ
ਅਸੀਂ ਜਦੋਂ ਪੇਸ਼ੈਂਟ ਵਾਰ-ਵਾਰ ਕਹਿ ਰਿਹਾ ਹੁੰਦਾ ਤੇ ਅਸੀਂ ਇਹ ਵੀ ਵੈਰੀਫਾਈ ਕਰਦੇ ਕਿ ਸ਼ੀਟ ਕਿਹੜੀ ਯੂਜ਼ ਕਰਦੇ ਹੋ। ਮੈਂ ਅਗਲਾ ਸਵਾਲ ਤੁਸੀਂ ਮੇਰੇ ਸਮਝ ਲਓ ਮੂੰਹ ਦਾ ਸਵਾਲ, ਜਿਹੜੀ ਰਹਿੰਦੀ ਖੁੰਦੀ ਕਸਰ ਹੈਗੀ ਹੈ ਉਹ ਸਾਡੇ ਸ਼ੀਟ ਨੇ ਕੱਢਤੀ। ਬੜੇ ਚਾਅ ਨਾਲ ਬੜੇ ਲਾਡ ਨਾਲ ਅਸੀਂ ਜਿਹੜੀ ਟਾਇਲਟ ਸਜਾਉਣੇ ਆ ਆਪਣੀ ਇੰਗਲਿਸ਼ ਸ਼ੀਟ ਨਾਲ ਸਜਾ ਦਿੰਦੇ, ਤੇ ਫਿਰ ਅਸੀਂ ਕਹਿਣਾ ਕਿ ਸਾਡੇ ਤੇ ਜੀ ਇੰਗਲਿਸ਼ ਟਾਇਲਟ ਹੈਗੀ, ਇੰਗਲਿਸ਼ ਸ਼ੀਟ ਹੈਗੀ ਹੈ। ਉਹਦਾ ਫਾਇਦਾ ਹੈ ਜਦੋਂ ਉਹ ਵੀ ਟੈਕਨੀਕਲ ਹਾਈ ਟੈਕ ਬਕਾਇਦਾ ਜੀ, ਇਟਾਲੀਅਨ ਬਕਾਇਦਾ 25-30 ਹਜ਼ਾਰ ਦੀ ਗੈਟਿੰਗ। ਉਸ ਤੋਂ ਬਾਅਦ ਜਦੋਂ ਅਸੀਂ ਉੱਥੇ ਬੈਠਦੇ ਹੈਗੇ ਆ ਤੇ ਜਿਹੜੀ એનર્ਜੀ ਤੇ ਊਰਜਾ ਉਹ ਲੈਂਦੀ ਆ ਉਹਦਾ ਕੋਈ ਹਿਸਾਬ ਨਹੀਂ ਹੁੰਦਾ ਹੈਗਾ, ਕਿਉਂਕਿ ਉਹਦੇ ਜਦੋਂ ਉਸ ਪੋਜੀਸ਼ਨ 'ਚ ਜਿਹੜੀ ਇੰਗਲਿਸ਼ ਸ਼ੀਟ ਹੈ ਉਹਦੇ ਵਿੱਚ ਜਾ ਕੇ ਜਿਹੜਾ ਸਾਡਾ ਜਿਹੜਾ ਪਖਾਨਾ ਹੈ ਨਾਲੀ ਹੈਗੀ ਆ ਉਹ ਪ੍ਰੋਪਰ ਉਹਦੀ ਜਿਹੜੀ ਪੋਜੀਸ਼ਨ ਹੈ, ਕਿਉਂਕਿ ਉਹ ਨਾ ਉਹਦੇ 'ਚ ਮੋੜ ਪੈਂਦਾ ਜਦੋਂ ਅਸੀਂ ਸਿਟਿੰਗ ਏਰੀਆ 'ਚ ਬਹਿੰਦੇ ਨਾ, ਬੈਠ ਜਾਂਦੇ ਹਾਂ ਜੀ ਇਸ ਤਰ੍ਹਾਂ ਬੈਠ ਕੇ, ਤਾਂ ਇਸ ਟਾਈਮ 'ਤੇ ਜਿਹੜੀ ਪਖਾਨੇ ਵਾਲੀ ਜਿਹੜੀ ਨਾਲੀ ਹੈਗੀ ਆ ਜਿੱਥੋਂ ਐਨਐਸ ਤੋਂ ਰੈਕਟਮ ਤੋਂ ਮਾਲ ਬਾਹਰ ਆਉਣਾ ਹੁੰਦਾ ਉਹ 'ਚ ਇਸ ਟਾਈਮ ਮੋੜ ਬਣ ਜਾਂਦਾ। ਜਦੋਂ ਇਹੀ ਪੋਜੀਸ਼ਨ ਨੂੰ ਅਸੀਂ ਇਸ ਤਰ੍ਹਾਂ ਕਰ ਦਿੰਦੇ ਹਾਂ ਤੇ ਇਹ ਸਿੱਧਾ ਹੋ ਜਾਂਦੀ ਨਾਲੀ ਗੈਟਿੰਗ। ਜੋ ਸਿੱਧੀ ਹੋ ਗਈ ਹੈ, ਜੋ ਪ੍ਰੈਸ਼ਰ ਹੈਗਾ ਡਾਇਰੈਕਟ ਤੁਹਾਡਾ ਮਲ ਉਹ ਜਿਹੜਾ ਪਖਾਨੇ ਦੇ ਬਾਹਰ ਆ ਜਾਂਦਾ ਹੈਗਾ। ਸੋ ਇਹ ਨੇਚਰ ਦੀ ਇੱਕ ਸਾਇੰਸ ਆ ਤੇ ਉਹਦਾ ਇੱਕ ਪੋਸਚਰ ਆ, ਇਹਨੂੰ ਅਸੀਂ ਤੋੜਤਾ। ਅੱਛਾ, ਦੂਸਰੀ ਦੇਖੋ ਇੰਗਲਿਸ਼ ਸੀਟਾਂ ਵਾਲਿਆਂ ਨੇ ਵੀ ਹੁਣ ਉਹ ਸਿਆਣੇ ਹੋ ਗਏ, ਉਹਨਾਂ ਨੂੰ ਸਮਝ ਲੱਗ ਗਈ ਜੀ, ਹੁਣ ਸਮਝ ਲੱਗ ਗਈ ਵੀ ਇਹਦੇ ਨਾਲ ਅੱਜ ਅਮਰੀਕਾ 'ਚ 80% ਲੋਕ ਕੌਨਸਟੀਪੇਸ਼ਨ ਦੇ ਸ਼ਿਕਾਰ ਨੇ। ਕੋਲਨ ਵਾਸ਼ਰ ਉੱਥੇ ਉਹਨਾਂ ਦੇ ਹੈਗਾ, ਉਹ ਕੋਲਨ ਦੀ ਸਫਾਈ ਕਰਾਉਂਦੇ ਨੇ, ਇਸੇ ਕਰਕੇ ਮਾਲ ਅੰਦਰ ਸੜਨ ਲੱਗ ਪੈਂਦਾ। ਠੀਕ ਹੈ, ਉਹਨਾਂ ਨੇ ਫਿਰ ਇੱਕ ਮੈਥਡ ਲਿਆ। ਉਹਨਾਂ ਨੇ ਕੀ ਕੀਤਾ, ਜਿਹੜੀ ਸ਼ੀਟ ਆ ਉਹ ਤਾਂ ਇੰਗਲਿਸ਼ ਹੀ ਰਹਿਣ ਦਿੱਤੀ, ਅੱਗੇ ਟੇਬਲ ਲਾਇਆ, ਕਹਿੰਦੇ ਕਿ ਟੇਬਲ ਰੱਖ ਲਓ। ਜਦੋਂ ਫਿਰ ਟੇਬਲ ਰੱਖੋਗੇ ਤਾਂ ਤੁਹਾਡੇ ਜਿਹੜੇ ਗੋਡੇ ਨੇ ਉੱਪਰ ਆ ਜਾਣਗੇ, ਤੇ ਜਦੋਂ ਗੋਡੇ ਉੱਪਰ ਆਉਣਗੇ ਸਾਇੰਸ ਉਹੀ ਹੈ ਕਿ ਪਖਾਨੇ ਵਾਲੀ ਨਾਲੀ ਸਿੱਧੀ ਕਰਨੀ ਹੈ। ਠੀਕ ਹੈ, ਹੁਣ ਉਹਨਾਂ ਨੇ ਆਹ ਨਹੀਂ ਕਿਹਾ ਕਿ ਤੁਸੀਂ ਇਸ ਪੋਜੀਸ਼ਨ 'ਚ ਬੈਠੋ। ਕਿਉਂ ਨਹੀਂ ਕਿਹਾ? ਇਹਦੇ ਨਾਲ ਝੂਠੇ ਪੈਂਦੇ ਸੀ। ਠੀਕ ਹੈ, ਇਹਦੇ ਨਾਲ ਝੂਠੇ ਪੈਂਦੇ ਸੀ। ਉਹ ਤੁਸੀਂ ਐਮਾਜ਼ੋਨ 'ਤੇ ਹੁਣੇ ਸਰਚ ਕਰੋ, ਐਮਾਜ਼ੋਨ 'ਤੇ ਸਰਚ ਕਰੋ ਟਾਇਲਟ ਟੇਬਲ, ਤਾਂ ਉਹਨਾਂ ਨੇ ਅੱਗੇ ਰੱਖਣ ਵਾਲਾ ਟੇਬਲ ਦੇ ਦਿੱਤਾ ਕਿ ਤੁਸੀਂ ਜਿਨ੍ਹਾਂ ਨੂੰ ਕੌਨਸਟੀਪੇਸ਼ਨ ਜ਼ਿਆਦਾ ਨੇ ਇਹਦੇ 'ਤੇ ਪੈਰ ਰੱਖਿਆ ਕਰੋ, ਤਾਂ ਜੋ ਜਿਹੜੇ ਤੁਹਾਡੇ ਗੋਡੇ ਨੇ ਉਹ ਚੈਸਟ ਦੇ ਕਲੋਜ਼ ਹੋ ਜਾਣ ਤੇ ਪਖਾਨੇ ਦੀ ਨਾਲੀ ਸਿੱਧੀ ਹੋ ਜਾਏ, ਤੁਹਾਡਾ ਪੇਟ ਸਾਂਭਣ ਲੱਗ ਪਏ। ਮਤਲਬ ਕੰਨ ਸਿੱਧੇ ਤਰ੍ਹਾਂ ਨਹੀਂ, ਪੁੱਠੇ ਹੱਥ ਨਾਲ ਫੜ ਲਿਆ। ਉਹਦੇ ਝੂਠੇ ਪੈਂਦੇ ਸੀ ਨਾ ਉਹਨਾਂ ਨੇ ਤਾਂ ਸਾਨੂੰ ਕੀ ਕਿਹਾ ਸੀ, ਸਾਨੂੰ ਤਾਂ ਕਹੇ ਤੁਹਾਡੇ ਬਜ਼ੁਰਗ ਡੱਫਰ ਹੈ ਜਿਹੜੇ ਐਵੇਂ ਪੈਂਦੇ, ਤੇ ਜੇ ਉਹ ਵਾਪਸੀ ਉਹਦੇ 'ਤੇ ਕਰਦੇ ਨੇ ਤਾਂ ਫਿਰ ਉਹ ਡੱਫਰ ਮਹਿਸੂਸ ਕਰਨੇ ਵੀ ਅਸੀਂ ਡੱਫਰ ਸੀ, ਅਸੀਂ ਉਹਨਾਂ ਨੂੰ ਮੂਰਖ ਬਣਾਇਆ। ਸੋ ਕਹਿਣ ਦਾ ਮਤਲਬ ਕੀ ਹੈਗਾ ਕਿ ਅਸੀਂ ਜਿੰਨੀ ਜਲਦੀ ਇਸ ਟਰੈਪ ਨੂੰ ਸਮਝ ਜਾਵਾਂਗੇ, ਸਾਡਾ ਫਾਈਨੈਂਸ਼ੀਅਲੀ ਉਜਾੜਾ ਪੈਸੇ ਦਾ, ਸਰੀਰਕ ਉਜਾੜਾ, ਸਮਾਜਿਕ ਸ਼ੋਸ਼ਣ, ਇਹ ਸਾਰਾ ਖਤਮ ਹੋ ਸਕਦਾ ਹੈ। ਸਾਡੇ ਪਰਿਵਾਰ ਦਾ ਸ਼ੋਸ਼ਣ ਖਤਮ ਹੋ ਸਕਦਾ ਹੈ। ਕੱਲੀ ਕੌਨਸਟੀਪੇਸ਼ਨ ਤੋਂ 80 ਤਰ੍ਹਾਂ ਦੇ ਰੋਗ ਵੱਟ 'ਤੇ ਪਏ ਨੇ। ਹੁਣ 80 ਤੋਂ ਤੁਸੀਂ ਕਈ ਤਰ੍ਹਾਂ ਦੇ ਅੱਗੇ ਕਰੋਨਿਕਲ ਰੋਗ ਵੀ ਬਣਾ ਸਕਦੇ ਹੋ, ਬਣ ਜਾਂਦੇ ਨੇ। ਤਾਂ ਅਗਰ ਅਸੀਂ ਸੀਟ ਸਹੀ ਯੂਜ਼ ਕਰ ਲਈਏ, ਪੇਟ ਦੀ ਸਫਾਈ ਦਾ ਮੈਥਡ ਹੀ ਸਹੀ ਫੋਲੋ ਕਰ ਲਈਏ, ਔਰ ਨੈਚੁਰਲ ਸਾਇੰਸ ਦੇ ਮੈਥਡ ਦੇ ਮੁਤਾਬਕ ਆਪਣੀ ਦਿਨ ਦੀ ਸ਼ੁਰੂਆਤ ਕਰ ਲਈਏ, ਤਾਂ ਬਹੁਤ ਸਾਰੇ ਰੋਗ ਤੁਸੀਂ ਕੰਟਰੋਲ ਕਰਦੇ ਹੋ। ਤੇ ਫਿਰ ਜਾਂਦੀ ਜਾਂਦੀ ਇੱਕ ਆਖਰੀ ਸਵਾਲ, ਜਿਹੜਾ ਇਸ ਘਰ ਨੂੰ ਜਾਂ ਇਸ ਤਰ੍ਹਾਂ ਦੇ ਘਰਾਂ ਨੂੰ ਆਪਣਾ ਜ਼ਿੰਦਗੀ ਲੰਘਾਉਣ ਦਾ ਹਿੱਸਾ ਬਣਾ ਲੇਗਾ, ਡਾਕਟਰ ਸਾਹਿਬ ਕਿਹੜੇ ਰੋਗ ਨੇ ਜਿਹੜੇ ਉਹਨਾਂ ਦੇ ਗੁਆਂਢ 'ਚ ਵੀ ਨਹੀਂ ਆਉਣਗੇ? ਦੇਖੋ, ਕਿਉਂਕਿ ਇਹਦੇ 'ਚ ਨਾ ਸਰਾਊਂਡਿੰਗ ਸਾਰੇ ਪਾਸੇ ਚੂਨਾ ਬਹੁਤ ਜ਼ਿਆਦਾ ਯੂਜ਼ ਹੋਇਆ। ਚੂਨੇ ਦੇ ਬਾਰੇ ਥੋੜ੍ਹਾ ਬੇਸਿਕ ਦੱਸਦੇ ਹਾਂ, ਬਹੁਤ ਦਰਸ਼ਕਾਂ ਨੂੰ ਪਤਾ ਨਹੀਂ ਉਹਦੇ ਬਾਰੇ। ਚੂਨਾ ਨਾ ਅੱਜ ਤੋਂ 50-60 ਸਾਲ ਪਿੱਛੇ ਹੀ ਅਜੇ ਅਲੋਪ ਕੀਤਾ ਇਹਨਾਂ ਨੇ, ਪਹਿਲਾਂ ਨਹੀਂ ਅਲੋਪ ਸੀ। ਠੀਕ ਹੈ, ਮੈਂ ਜਦੋਂ ਇਸ ਘਰ ਨੂੰ ਬਣਾਇਆ ਸਿਰਫ ਇਕੱਲਾ ਮੈਂ ਇੱਥੇ ਨਹੀਂ, ਮੈਂ ਰਾਜਸਥਾਨ ਵਿਜ਼ਿਟ ਕੀਤਾ, ਗੁਜਰਾਤ ਵਿਜ਼ਿਟ ਕੀਤਾ, ਮੈਂ ਮਹਾਰਾਸ਼ਟਰ ਵਿਜ਼ਿਟ ਕੀਤਾ, ਜਿੱਥੇ ਇੱਥੇ ਲੋਕਾਂ ਨੇ ਇਹਨੂੰ ਪਹਿਲਾਂ ਪੁਰਾਤਨ ਯੂਜ਼ ਕੀਤਾ, ਔਰ ਉੱਥੋਂ ਦੇ ਲੋਕਾਂ ਤੋਂ ਮੈਂ ਗੱਲਬਾਤ ਵੀ ਕੀਤੀ, ਕਾਫੀ ਚੀਜ਼ਾਂ ਮੇਰੀਆਂ ਕਲੀਅਰ ਹੋਈਆਂ। ਤਾਂ ਚੂਨੇ ਦੀ ਐਗਜ਼ਿਸਟੈਂਸ ਜ਼ਿਆਦਾ ਹੋਣ ਕਰਕੇ ਪੀਐਚ ਉਹਦਾ ਜ਼ਿਆਦਾ ਹੁੰਦਾ ਹੈ, ਆਕਸੀਜਨ ਲੈਵਲ, ਔਰ ਜਿੰਨਾ ਜ਼ਿਆਦਾ ਪੀਐਚ ਹੋਏਗਾ ਨਾ, ਐਲਕਾਲਾਈਨ এনवायरमेंट ਹੋਏਗਾ, ਉੱਥੇ ਕੋੜ ਕਿਰਲੀ, ਮੱਛਰ, ਮੱਖੀ, ਸੱਪ, ਨਿਓਲਾ ਐਗਜ਼ਿਸਟ ਨਹੀਂ ਕਰਦੇ। ਮਧੂਮੱਖੀ ਤੁਹਾਡੇ ਘਰ ਹੀ ਦੇਖੀ ਹੈ ਇੱਥੇ? ਹਾਂ, ਉਹ ਤਾਂ ਸਰ ਨੈਚੁਰਲੀ ਜਿੰਨੀਆਂ ਵੀ ਉੱਥੇ ਕੋਈ ਫੁੱਲ ਮਿਲੇਗਾ, ਪੱਤੇ ਮਿਲਣਗੇ, ਰਸਦਾਰ ਚੀਜ਼ਾਂ ਮਿਲਣਗੀਆਂ, ਤਾਂ ਉਹ ਤੁਹਾਨੂੰ ਉੱਥੇ ਬੈਠੀ ਮਿਲੇਗੀ, ਕਿਉਂਕਿ ਐਗਜ਼ਿਸਟ ਕਰਦੀ, ਉਹਨੂੰ ਕੋਈ ਡਿਸਟਰਬ ਕਰਨ ਵਾਲਾ ਇੱਥੇ ਨਹੀਂ ਹੈ। ਠੀਕ ਹੈ, ਔਰ ਜਿੰਨੀਆਂ ਵੀ ਇਹ ਚੀਜ਼ਾਂ ਨੇ ਐਲਕਾਲਾਈਨ এনवायरमेंट ਦੇ ਵਿੱਚ, ਇਹ ਵਾਲੀਆਂ ਚੀਜ਼ਾਂ ਐਗਜ਼ਿਸਟ ਨਹੀਂ ਕਰਦੀਆਂ। ਹੁਣ ਜਦੋਂ ਐਗਜ਼ਿਸਟ ਨਹੀਂ ਕਰਦੀਆਂ, ਐਲਕਾਲਾਈਨ এনवायरमेंट ਹੈ, ਪੀਐਚ ਅੱਛਾ ਹੈਗਾ, ਸਭ ਤੋਂ ਪਹਿਲਾਂ ਲੰਗਸ ਦੀ ਇਨਫੈਕਸ਼ਨ, ਲੰਗਸ ਦੀ ਪ੍ਰੋਬਲਮ, ਡਿਪਰੈਸ਼ਨ ਦੀ ਪ੍ਰੋਬਲਮ, ਮੈਮਰੀ ਦੀ ਪ੍ਰੋਬਲਮ, ਭੁੱਖ ਨਾ ਲੱਗਣ ਦੀ ਪ੍ਰੋਬਲਮ, ਕਾਲਾਪਨ, ਹਾਈਪਰ ਐਕਟੀਵਿਟੀਜ਼, ਇਹ ਬੋਡੀ ਦੀਆਂ ਸਾਰੀਆਂ ਕੰਟਰੋਲ। ਇੱਕ ਹੋਰ ਇੰਪੋਰਟੈਂਟ ਚੀਜ਼ ਕਹਿਣ ਲੱਗਾ, ਇਸ ਘਰ 'ਚ ਰਹਿ ਕੇ ਫੀਵਰ, ਪਲੇਟਲੈਟਸ ਦਾ ਘਟਣਾ, ਔਰ ਮਸਲ ਡਿਸਆਰਡਰ, ਇਸ ਤੋਂ ਅੱਗੇ ਨਰਵਸ ਸਿਸਟਮ ਦੇ ਜਿਹੜੋਂ ਮੈਂ ਪਹਿਲਾਂ ਦੱਸੀ ਸੀ, ਇਹ ਸਾਰੀਆਂ ਚੀਜ਼ਾਂ ਕਾਫੀ ਲੈਵਲ 'ਤੇ ਕੰਟਰੋਲ ਕਰਦਾ ਹੈ ਘਰ। ਇਸ ਸਰੀਰ ਨੂੰ
ਕੁਦਰਤੀ ਹੈਲਥ ਸਾਇੰਸ ਦੁਆਰਾ ਬਣਾਇਆ ਗਿਆ ਹੈ। ਇਹਨੂੰ ਮਾਡਰਨ ਹੈਲਥ ਸਾਇੰਸ ਦੁਆਰਾ ਨਹੀਂ ਬਣਾਇਆ ਗਿਆ। ਇਸ ਸਰੀਰ ਨੂੰ ਨੇਚਰ ਨੇ ਬਣਾਇਆ, ਕਿਸੇ ਡਾਕਟਰ ਨੇ ਨਹੀਂ ਬਣਾਇਆ। ਜਦੋਂ ਬਣਾਇਆ ਹੀ ਨੇਚਰ ਨੇ ਆ ਤੇ ਇਸ ਸਰੀਰ ਨੂੰ ਰੱਖਣ ਵਾਲੀ ਜਗ੍ਹਾ ਜਿਹਦੇ ਵਿੱਚ ਇਹ ਰਹਿੰਦਾ ਹੈ, ਮਤਲਬ ਘਰ, ਉਹ ਵੀ ਸਾਨੂੰ ਉਸੇ ਮੈਥਡ 'ਚ ਹੀ ਬਣਾਉਣਾ ਪਏਗਾ। ਆਰਟੀਫਿਸ਼ੀਅਲ ਤੇ ਚਮਕਦਾਰ ਚੀਜ਼ਾਂ 'ਚ ਜਿੰਨਾ ਟਾਈਮ ਫਸੇ ਰਹੋਗੇ ਇਹ ਸਰੀਰ ਉਹਦੇ 'ਚ ਅਨਕੰਫਰਟੇਬਲ ਹੋ ਜਾਂਦਾ, ਤੜਫਦਾ ਹੈ। ਉਹ ਗੱਲ ਵੱਖਰੀ ਕਿ ਉਹਦੀ ਤੜਫ ਸਾਨੂੰ ਰੋਗ ਦੇ ਰੂਪ 'ਚ ਸਮਝ ਆਉਂਦੀ ਹੈ। ਠੀਕ ਹੈ, ਤਾਂ ਇਹ ਹੁਣ ਸਾਡੇ ਉੱਪਰ ਆ। ਅਸੀਂ ਇੰਨਾ ਪਹਿਲਾਂ ਪੈਸਾ ਕਮਾਉਂਦੇ ਆ, ਫਿਰ ਲਾਉਂਦੇ ਆ, ਫਿਰ ਡਾਕਟਰ ਕੋਲ ਜਾਂਦੇ ਆ। ਤੇ ਕਿਉਂ ਨਾ ਘਰ ਹੀ ਇਸ ਤਰ੍ਹਾਂ ਦਾ ਬਣਾ ਲਈਏ ਕਿ ਜਿਹਦੇ ਸਾਨੂੰ ਮਨ ਨੂੰ ਸਕੂਨ ਮਿਲੇ। ਤੁਸੀਂ ਇਹਨਾਂ ਬਾਬਤ ਦੱਸ ਰਹੇ ਸੀ ਵੀ ਮਤਲਬ ਇਹ ਜ਼ਿੰਦਗੀ ਬਣਾਉਣ ਵਾਲੇ ਘਰ ਦੇ ਵਿੱਚ ਇਹਨਾਂ ਦਾ ਬੜਾ ਅਹਿਮ ਕਿਰਦਾਰ ਰਿਹਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਂ ਜੀ ਤੁਹਾਡਾ? ਨਰਿੰਦਰ ਸਿੰਘ ਠੇਕੇਦਾਰ। ਅੱਛਾ, ਨਰਿੰਦਰ ਜੀ ਤੁਸੀਂ ਇਹ ਦੱਸੋ ਵੀ ਜਦੋਂ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਇਦਾਂ ਦਾ ਇੱਕ ਮੈਂ ਉਮਰਾਂ ਵਧਾਉਣ ਵਾਲਾ ਘਰ ਬਣਾਉਣਾ ਹੈ, ਮਨ ਦੇ ਵਿੱਚ ਕੀ ਆਇਆ ਸੀ? ਮਜ਼ਾਕ ਉਡਾਇਆ ਸੀ? ਬਹੁਤ ਸਾਰੇ ਲੋਕਾਂ ਨੇ ਤਾਂ ਗੱਲ ਕਹੀ ਹੋਣੀ ਹੈ। ਯਾਦ ਨਹੀਂ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੋਈ ਜੀ। ਇਹ ਸਕੂਨ ਬੜਾ ਮਿਲਦਾ ਇਹਦੇ ਵਿੱਚ ਰਹਿ ਕੇ। ਅੱਛਾ, ਹਾਂਜੀ, ਬਹੁਤ ਵਧੀਆ। ਇਹਦੇ ਵਿੱਚ ਤਾਂ ਸਰੀਰ ਬਹੁਤ ਤੰਦਰੁਸਤ ਰਹਿੰਦਾ। ਅੱਛਾ, ਹਾਂਜੀ। ਤੇ ਬਣਾਇਆ ਕਿਵੇਂ ਫਿਰ? ਕੀ ਤੁਹਾਡੀ ਵੀ ਪਲੈਨਿੰਗ ਸੀ, ਡਾਕਟਰ ਸਾਹਿਬ ਦੇ ਨਾਲ ਪਲੈਨਿੰਗ ਸੀ? ਤੁਹਾਡੇ ਹੱਥਾਂ ਨਾਲ ਇਹ ਸਾਰਾ ਸਿਸਟਮ ਬਣਿਆ? ਹਾਂਜੀ, ਮਾਲ ਉਵੇਂ ਬਣਾਈ ਗਿਆ ਜਿਵੇਂ ਦੱਸੀ ਗਏ ਨੇ, ਡਾਕਟਰ ਸਾਹਿਬ ਦੱਸਦੇ ਰਹੇ, ਅਸੀਂ ਬਣਾਉਂਦੇ ਰਹੇ। ਅੱਛਾ, ਕੋਈ ਗੈਰ ਕੁਦਰਤੀ ਚੀਜ਼ ਨਹੀਂ ਯੂਜ਼ ਕੀਤੀ ਤੁਸੀਂ? ਨਾ, ਕੋਈ ਨਹੀਂ ਕੀਤੀ। ਅੱਛਾ, ਤੇ ਫਿਰ ਜਦੋਂ ਹੁਣ ਇਹਨੂੰ ਦੇਖਦੇ ਹੋ ਖੜੇ ਨੂੰ, ਮਨ ਦੇ ਵਿੱਚ ਕੀ ਆਉਂਦਾ? ਤੁਸੀਂ ਤਾਂ ਹੁਣ ਵੀ ਇਹਨਾਂ ਦੀ ਦੇਖਭਾਲ ਕਰ ਰਹੇ ਹੋ ਸਾਰਾ? ਹਾਂਜੀ, ਹੁਣ ਵੀ ਕਰ ਰਹੇ ਜੀ। ਉਹ ਘਾਹ ਪਾਉਣ ਲੱਗੇ ਉੱਤੇ ਆਣ ਕੇ। ਅੱਛਾ, ਉੱਪਰ ਘਾਹ ਲਗਾਉਣਾ ਤੁਸੀਂ? ਘਾਹ ਲਾਉਣ ਲੱਗੇ। ਕਾਈ ਪਾਣੀ ਉੱਪਰ ਨਾ, ਆ ਹੱਟ ਜਿਹੜੀ ਬਣੀ ਹੈ ਨੇ ਤੇ ਕਾਈ ਪਾਉਣੀ ਹੈ। ਈਵਨ 8-9 ਮਹੀਨੇ ਇਹਨਾਂ ਨੇ ਕੰਮ ਕੀਤਾ ਔਰ 8-9 ਮਹੀਨੇ ਵੈਸੇ ਵੀ ਇੱਕ ਆਮ ਮਿਸਤਰੀ ਦੇ ਨਾ ਉਹ ਕੈਮੀਕਲ ਨਾਲ ਹੱਥ ਖਰਾਬ ਹੋ ਜਾਂਦੇ ਆ, ਤੇ ਇਹਨਾਂ ਦੇ ਵੀ ਹੋ ਜਾਂਦੇ ਸੀ। 8-9 ਮਹੀਨੇ ਨੂੰ ਇਹ ਪ੍ਰੋਬਲਮ ਹੀ ਨਹੀਂ ਆਈ। ਨਹੀਂ, ਤੁਹਾਡੇ ਹੱਥ ਖਰਾਬ ਹੋ ਜਾਂਦੇ ਸੀ ਪਹਿਲਾਂ ਹੋ ਜਾਂਦਾ ਸੀ, ਹੁਣ ਨਹੀਂ ਕੋਈ ਪ੍ਰੋਬਲਮ ਆਈ। ਮਸਾਲਾ ਬਣਾਉਂਦੇ ਕਰਦੇ, ਪਲਾਸਟਰ ਕਰਦੇ? ਹੁਣ ਨਹੀਂ ਕੁਝ ਹੋਇਆ। ਤੇ ਇਹ ਪਲਾਸਟਰ ਬੜਾ ਸੋਹਣਾ ਕੀਤਾ ਤੁਸੀਂ। ਹਾਂਜੀ, ਪਲਾਸਟਰ ਗਰਮਾਲੇ ਨਾਲ ਚੜਾਇਆ ਜੀ ਇਹ। ਅੱਛਾ, ਹਾਂਜੀ। ਤੇ ਉਹਦੇ ਵਿੱਚ ਸੀਮੈਂਟ ਦਾ ਜਾਂ ਕਿਸੇ ਦਾ ਕੋਈ ਸੀਮੈਂਟ ਕੁਝ ਨਹੀਂ ਪਾਇਆ ਜੀ। ਅੱਛਾ, ਹਾਂਜੀ। ਲੋਕਾਂ ਨੂੰ ਕੀ ਕਹੋਗੇ? ਇਦਾਂ ਦੇ ਘਰ ਬਣਾਉਣੇ ਚਾਹੀਦੇ? ਬਹੁਤ ਲੋਕ ਆ ਗਏ ਵੇਖਣ ਜੀ, ਕਹਿੰਦੇ ਇਹੋ ਜਿਹਾ ਤਾਂ ਕਦੀ ਬਣਿਆ ਹੀ ਨਹੀਂ ਕਿਤੇ ਹੈਗਾ, ਪੰਜਾਬ ਦੇ ਵਿੱਚ ਕਿਤੇ ਨਹੀਂ ਬਣਿਆ ਇਹੋ ਜਿਹਾ। ਅੱਛਾ, ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਵੀ। ਬੜਾ ਅਸੀਂ ਕਹਿ ਲਈਏ ਕਿ ਆਰਗੈਨਿਕ ਅੱਜ ਇਨਫੋਰਮੇਸ਼ਨ ਤੁਸੀਂ ਜਿਹੜੀ ਸਾਂਝੀ ਕੀਤੀ ਹੈ ਔਰ ਆਰਗੈਨਿਕ ਸਾਂਝ ਤੁਸੀਂ ਘਰ ਦੀ ਪਾਈ ਹੈ। ਉਮੀਦ ਕਰਦੇ ਹਾਂ ਕਿ ਜੇਕਰ ਇਹ ਵੀਡੀਓ ਦੇਖਣ ਤੋਂ ਬਾਅਦ ਕਿਸੇ ਇੱਕ ਸ਼ਖਸ ਦੇ ਮਨ ਦੇ ਵਿੱਚ ਵੀ ਕੋਈ ਟਿਕੀ ਅਸੀਂ ਲਗਾ ਜਾਂ ਅਸੀਂ ਜਗਿਆਸਾ ਜਗਾ ਸਕੀਏ ਤਾਂ ਸਾਡੇ ਗੱਲਬਾਤ ਕਰਨ ਦਾ ਜਿਹੜਾ ਮਕਸਦ ਹੈਗਾ ਉਹ ਮੈਂ ਸਮਝਾਂਗਾ ਕਿ ਪੂਰਾ ਹੋਗਾ। ਫਿਲਹਾਲ ਤੁਸੀਂ ਸਮਾਂ ਦਿੱਤਾ, ਇਸ ਬਾਬਤ ਬਹੁਤ ਡੂੰਘੀ ਜਾਣਕਾਰੀ ਕੱਢ ਕੇ ਲੈ ਕੇ ਆਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੇਕਰ ਫਿਰ ਵੀ ਤੁਹਾਨੂੰ ਲੱਗਦਾ ਕਿ ਕੋਈ ਸੁਨੇਹਾ ਤੁਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਦੇ ਸਕਦੇ ਜੀ, ਜ਼ਰੂਰ। ਔਰ ਦੇਖੋ, ਅਸੀਂ ਇਹ ਨਹੀਂ ਕਹਿੰਦੇ ਕਿ ਆਪਾਂ ਸਾਰੇ ਤੁਸੀਂ ਘਰ ਬਣਾਓ, ਲੇਕਿਨ ਦੇਖੋ ਰੇਡੀਏਸ਼ਨ ਤੁਹਾਡੇ ਕੰਟਰੋਲ 'ਚ ਨਹੀਂ ਹੈਗੀ। ਇਹ ਤੁਹਾਡੇ ਤੇ ਤੁਹਾਡੇ ਬੱਚਾ ਦੇ, ਈਵਨ ਪ੍ਰੈਗਨੈਂਸੀ ਦੇ ਵਿੱਚ ਜਿਹੜੀ ਮਾਂ ਦੇ ਗਰਭ 'ਚ ਬੱਚਾ ਹੈ ਉਹਦੇ ਜੀਵਨ ਨੂੰ ਵੀ ਪ੍ਰਭਾਵਿਤ ਕਰ ਰਹੀ, ਸਭ ਨੂੰ ਪਤਾ ਹੈ। ਉਹ ਆਪਣੇ ਕੰਟਰੋਲ 'ਚ ਨਹੀਂ ਹੈਗੀ, ਲੇਕਿਨ ਅਸੀਂ ਨੈਚੁਰਲ ਸਾਇੰਸ ਦਾ ਸਹਾਰਾ ਲੈ ਕੇ ਉਹ ਤੋਂ ਇੱਕ ਸੁਰੱਖਿਆ ਕਵਚ ਤਾਂ ਤਿਆਰ ਕਰ ਸਕਦੇ ਹਾਂ। ਕਾਰਬਨ ਤੁਹਾਡੇ ਕੰਟਰੋਲ 'ਚ ਨਹੀਂ ਹੈਗਾ। ਫੈਕਟਰੀਆਂ, ਤੁਸੀਂ ਗੱਡੀਆਂ ਦੇ ਟਾਇਰ ਦੀ ਘਸਾਈ, ਕੈਮੀਕਲਸ ਦੀ ਰਿਲੀਜ਼ਿੰਗ ਬੰਦ ਨਹੀਂ ਕਰ ਸਕਦੇ, ਲੇਕਿਨ ਉਹ ਤੋਂ ਬਚਣ ਲਈ ਇੱਕ ਸੁਰੱਖਿਆ ਕਵਰ ਆਪਣੇ ਆਪ ਲਈ ਬੱਚੇ ਲਈ ਬਣਾ ਸਕਦੇ ਹੋ। ਔਰ ਉਹਦੇ ਵਾਸਤੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਘਰ ਵੱਲ ਅਜੇ ਘਰ ਨਾ ਸੋਚੋ। ਅਸੀਂ ਕਹਿੰਦੇ ਸਭ ਦੇ ਲੈਂਟਰ ਪਾਏ ਹੋਏ ਨੇ, ਛੱਤਾਂ ਦੇ ਸਭ ਦੇ ਕੋਲ 15x12 ਜਾਂ 10x10 ਦਾ ਅਗਰ ਏਰੀਆ ਹੈ ਤਾਂ ਉੱਪਰ ਇੱਕ ਰੂਮ ਬਣਾਓ। ਠੀਕ ਹੈ, ਮਟੀਰੀਅਲ ਤੁਹਾਨੂੰ ਅਵੇਲੇਬਲ ਹੋ ਜਾਏਗਾ, ਉਹ ਅਫੋਰਡੇਬਲ ਹੈ। ਮਤਲਬ ਜਿੰਨੇ ਪੈਸੇ ਅੱਜ ਤੁਸੀਂ ਮੋਬਾਈਲਾਂ ਦੇ ਉੱਤੇ ਖਤਮ ਕਰ ਦਿੰਦੇ ਆ ਉਹਨੇ ਤਾਂ ਨਹੀਂ ਲੱਗਦੇ। ਠੀਕ ਹੈ, ਉਹਨੇ ਤੇ ਬੜਾ ਇੱਕ ਮਤਲਬ ਮੋਬਾਈਲ ਤੋਂ ਵੀ ਥੋੜੇ ਭਾਅ ਦੇ ਵਿੱਚ ਜ਼ਿੰਦਗੀ ਬਚਾਉਣ ਵਾਲਾ ਕਮਰਾ ਰੈਡੀ ਕਰ ਸਕਦੇ ਹਾਂ। ਬਿਲਕੁਲ, ਆਲਰੇਡੀ ਤਾਂ ਆਪਦਾ 10x10 ਜਾਂ 15x12 ਦਾ 10 ਦਾ ਜਿੰਨੀ ਵੀ ਜੋ ਤੁਹਾਡੇ ਕੋਲ ਜਗ੍ਹਾ ਹੈਗੀ ਹੈ, ਤੁਸੀਂ ਆਪਣੀ ਛੱਤ ਤੇ ਇੱਕ ਰੂਮ ਬਣਾਓ, ਮੈਡੀਟੇਸ਼ਨ ਰੂਮ, ਜਿਹਦੇ ਵਿੱਚ ਤੁਸੀਂ ਰੱਬ ਦਾ ਨਾਮ ਵੀ ਲਓਗੇ ਤਾਂ ਮਨ ਲੱਗੇਗਾ। ਤੁਹਾਡੇ ਬੱਚਿਆਂ ਨੇ ਸਟੱਡੀ ਕਰਨੀ, ਮਨ ਲੱਗੇਗਾ। ਤੁਸੀਂ ਡਿਵਾਈਸ ਯੂਜ਼ ਕਰਨੇ ਨੇ, ਮੋਬਾਈਲ, ਲੈਪਟਾਪ, ਕੰਪਿਊਟਰ, ਉਹਦੇ 'ਚ ਯੂਜ਼ ਕਰੋ ਤਾਂ ਜੋ ਉਹਦੀ ਰੇਡੀਏਸ਼ਨ ਤੇ ਮੈਕਰੋ ਇਲੈਕਟ੍ਰਿਕ ਜਿਹੜੇ ਕਿਓਜ਼ ਨੇ ਉਹ ਤੁਹਾਡੇ ਬੱਚਿਆਂ ਦੇ ਨਰਵਸ ਸਿਸਟਮ ਨੂੰ ਡੈਮੇਜ ਨਾ ਕਰੇ, ਤੁਹਾਡੀ ਆਈਸਾਈਟ ਨੂੰ ਡੈਮੇਜ ਨਾ ਕਰੇ, ਕਿਉਂਕਿ ਉਹ ਸਾਰੀ ਰੇਡੀਏਸ਼ਨ ਨੂੰ ਇਹਨਾਂ ਨੇ ਕੰਧਾਂ ਨੇ ਅਬਜ਼ੌਰਬ ਕਰ ਜਾਣਾ। ਠੀਕ ਹੈ, ਕੰਕਰੀਟ ਵਾਲ 'ਚ ਤੁਹਾਡੇ ਕੋਲ ਆਪਸ਼ਨ ਹੀ ਨਹੀਂ ਹੈਗੀ। ਠੀਕ ਹੈ, ਔਰ ਅੱਛਾ, ਰੇਡੀਏਸ਼ਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਸਾਡੇ ਮਾਈਂਡ 'ਚ ਨਾ ਇੱਕ ਚੀਜ਼ ਬੈਠੀ ਹੈ ਵੀ ਰੇਡੀਏਸ਼ਨ ਇਕੱਲੀ ਟਾਵਰ ਦੀ ਹੈ। ਨੋ ਡਾਊਟ ਟਾਵਰ ਦੀ ਰੇਡੀਏਸ਼ਨ ਹੈ, ਉਹਦੇ ਨਾਲੋਂ ਸਭ ਤੋਂ ਜ਼ਿਆਦਾ ਖਤਰਨਾਕ, ਸਭ ਤੋਂ ਜ਼ਿਆਦਾ ਮਤਲਬ 100 ਗੁਣਾ ਜ਼ਿਆਦਾ ਖਤਰਨਾਕ ਰੇਡੀਏਸ਼ਨ ਜਿਹੜਾ ਰਿਲੀਜ਼ ਕਰਦਾ ਉਹ ਕਰਦਾ ਤੁਹਾਡਾ ਇਲੈਕਟ੍ਰਿਕ ਬੋਰਡ, ਬਿਜਲੀ ਦੇ ਬੋਰਡ ਜਿਹੜੇ ਘਰੇ ਲਗਾਏ ਆ ਨਾ। ਫੋਰ ਐਗਜ਼ਾਮਪਲ ਆ ਦੇਖੋ, ਠੀਕ ਹੈ, ਹੁਣ ਸਭ ਨੇ 2-3 ਸਵਿਚ, 2 ਪਲੱਗ, ਸ਼ੂ, ਸਾਰਾ ਸੌਕਟ ਦਿੱਤੇ ਹੋਏ ਨੇ ਇਸ ਤਰ੍ਹਾਂ ਦੀਆਂ, ਤਾਂ ਉਹ ਸਭ ਦੇ ਘਰਾਂ 'ਚ ਲੱਗੇ ਹੋਏ ਆ। ਮੋਸਟਲੀ ਕੀ ਆ, ਜੋ ਇੱਥੇ ਬੈੱਡ ਬਣਾਇਆ ਇੱਧਰ ਨਾਲ ਪੁਆਇੰਟ ਦਿੱਤਾ ਹੋਇਆ, ਚਾਰਜਿੰਗ ਲਗਾਉਣ ਲਈ, ਉੱਥੇ ਸੌਂਦੇ ਆ। ਤਾਂ ਰੇਡੀਏਸ਼ਨ ਮੀਟਰ ਦੇ ਨਾਲ ਤੁਸੀਂ ਅਗਰ ਉਹਨੂੰ ਚੈੱਕ ਕਰੋ ਤਾਂ ਸਭ ਤੋਂ ਹਾਈ ਰੇਡੀਏਸ਼ਨ
ਉਹ ਰਿਲੀਜ਼ ਕਰ ਰਿਹਾ ਹੁੰਦਾ ਹੈ। ਸਾਡੇ ਸਿਰ ਦੇ ਕੋਲ ਹਾਂ, ਪਿਆ। ਔਰ ਉਹਦੇ ਨਾਲ ਹੀਟ ਰਿਲੀਜ਼ ਹੁੰਦੀ, ਹੀਟ ਗਰਮੀ ਇੰਨੀ ਤੇਜ਼ੀ ਨਾਲ ਰਿਲੀਜ਼ ਕਰਦਾ ਹੈ। ਠੀਕ ਹੈ, ਤਾਂ ਉਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਉਹ ਆਪਣੇ ਰੂਮ 'ਚ ਬੈਠੋਗੇ ਨਾ ਬਣਾ ਕੇ ਉੱਪਰ, ਤਾਂ ਉਹ ਤੁਹਾਡੇ ਬੱਚਿਆਂ ਦੇ ਨਰਵਸ ਸਿਸਟਮ ਦੀ ਸੁਰੱਖਿਆ ਕਰੇਗਾ। ਹੀਟ ਪ੍ਰੂਫ, ਰੇਡੀਏਸ਼ਨ ਪ੍ਰੂਫ। ਜਦੋਂ ਤੁਹਾਨੂੰ ਇੱਕ ਕਮਰੇ ਤੋਂ ਸਕੂਨ ਆ ਗਿਆ ਤੇ ਸਮਝ ਆ ਗਈ, ਫਿਰ ਘਰ ਲਈ ਤੁਸੀਂ ਆਪਣੇ ਆਪ ਤਿਆਰ ਹੋ ਜਾਓ ਕਿ ਸਾਨੂੰ ਉਹਦੇ ਲਈ ਕੋਈ ਮੋਟੀਵੇਟ ਨਹੀਂ ਕਰਨਾ ਪੈਣਾ। ਤਾਂ ਕਮ ਸੇ ਕਮ ਇਹ ਐਫਰਟ ਤਾਂ ਅਸੀਂ ਕਰ ਸਕਦੇ ਹਾਂ ਨਾ। ਦੂਸਰੇ ਨੰਬਰ ਤੇ ਇਹ ਹੈਗਾ ਕਿ ਇਹ ਜਿਹੜੀ ਚੀਜ਼ ਨੂੰ ਬਣਾਇਆ ਗਿਆ ਹੈਗਾ, ਇਹ ਕੋਈ ਮਾਡਲ ਨਹੀਂ ਬਣਾਇਆ। ਇਹ 21ਵੀਂ ਸਦੀ ਦੇ ਵਿੱਚ ਇੱਕ ਸ਼ੁਰੂਆਤ ਹੈ ਕਿ ਕਿਵੇਂ ਕਾਰਬਨ ਫ੍ਰੀ ਜ਼ਿੰਦਗੀ ਤੁਸੀਂ ਜਿਉ ਸਕਦੇ ਹੋ ਜੀ। ਇਹ 21ਵੀਂ ਸਦੀ ਦੀ ਸ਼ੁਰੂਆਤ ਹੈ ਕਿ ਕਿਵੇਂ ਰੇਡੀਏਸ਼ਨ ਫ੍ਰੀ ਜ਼ਿੰਦਗੀ ਜਿਉ ਸਕਦੇ ਹੋ। ਮਤਲਬ ਕੋਈ ਬੰਦਾ ਇਹ ਨਾ ਕਵੇ ਵੀ ਅੱਜ ਯਾਰ ਇਸ ਧਰਤੀ ਤੇ 100 ਸਾਲ ਜਿੰਦਾ ਨਹੀਂ ਰਿਹਾ ਜਾ ਸਕਦਾ। ਇਹ ਗੱਲ ਕਹਿਣ ਤੋਂ ਪਹਿਲਾਂ ਉਹਨੂੰ ਪਰਸੈਂਟੇਜ ਘਟਾਉਣੀ ਪੈਣੀ ਆ। ਉਹਨੂੰ ਇਹ ਕਹਿਣਾ ਪੈਣਾ ਹੈ ਵੀ 97% ਲੋਕ ਕਹਿੰਦੇ ਆ ਕਿ ਨਹੀਂ ਰਿਹਾ ਜਾ ਸਕਦਾ, 3% ਕਹਿੰਦੇ ਆ ਕਿ ਰਿਹਾ ਜਾ ਸਕਦਾ। ਅਸੀਂ ਉਹਨਾਂ 3% 'ਚ ਆਉਣਾ ਚਾਹੁੰਦੇ ਆ ਜਿਹੜੇ ਅੱਜ ਵੀ ਅਸੀਂ ਕਵਾਂਗੇ ਕਿ 100 ਸਾਲ ਜਿੰਦਾ ਰਹਿ ਸਕਦੇ ਹੋ, ਲੇਕਿਨ ਨੇਚਰ ਤੋਂ ਬਣੇ ਹੋ ਤੇ ਉਹਦੇ ਪ੍ਰਿੰਸੀਪਲ ਨੂੰ ਫੋਲੋ ਕਰਨਾ ਸਿੱਖ ਲਓ। ਹੋਰ ਇਹਦੇ ਲਈ ਕੋਈ ਡਿਗਰੀ ਕਰਨ ਦੀ ਲੋੜ ਨਹੀਂ ਹੈਗੀ। ਜਿੱਥੇ ਕੰਸਲਟੈਂਸੀ ਦੀ ਜ਼ਰੂਰਤ ਹੈ, ਸਾਥ ਸਪੋਰਟ ਦੀ ਜ਼ਰੂਰਤ ਹੈ, ਅਸੀਂ ਔਰ ਸਾਡੀ ਸੰਸਥਾ ਹਮੇਸ਼ਾ ਤੁਹਾਡੇ ਨਾਲ ਆ। ਇਸ ਧਰਤੀ ਨੂੰ ਅਸੀਂ ਰਹਿਨੁਮਾ ਬਣਾਈਏ। ਚੰਦਰਮਾ ਤੇ ਰੀਚ ਬਾਅਦ 'ਚ ਕਰ ਲਾਂਗੇ, ਪਹਿਲਾਂ ਅਸੀਂ ਦਿਲਾਂ ਤੱਕ ਰੀਚ ਕਰ ਲਈਏ। ਪਹਿਲਾਂ ਅਸੀਂ ਆਪਣੇ ਇਸ ਸਰੀਰ ਦਿੱਤਾ, ਪਰਮੇਸ਼ਰ ਨੇ ਜੀਵਨ ਦਿੱਤਾ, ਇਹਦੀ ਰੀਚ ਪੂਰੀ ਕਰ ਲਈਏ, ਮਤਲਬ ਇਹਦੀ ਪਹੁੰਚ ਪੂਰੀ ਕਰ ਲਈਏ। ਉਹਨੇ ਕਿਹਾ ਸੀ ਕਿ 100-120 ਸਾਲ ਦੀ ਤਾਂ ਐਗਜ਼ਿਸਟੈਂਸ ਉਹਨੇ ਬੋਡੀ ਦੀ ਦਿੱਤੀ ਹੈ ਨਾ, ਕਮ ਸੇ ਕਮ ਇੱਥੋਂ ਤੱਕ ਤਾਂ ਰੀਚ ਕਰ ਲਈਏ। ਚੰਦਰਮਾ ਵਾਲੀ ਰੀਚ ਬਾਅਦ 'ਚ ਕਰ ਲਾਂਗੇ। ਹੁਣ ਇਹ ਬਹੁਤੀ ਗੱਲ ਚੀਜ਼ ਲਿਖਿਆ ਨਾ ਕਰੋ ਵੀ ਦੁਨੀਆ ਚੰਦਰਮਾ ਤੇ ਪਹੁੰਚ ਗਈ, ਤੂੰ ਕਿੱਥੇ ਬੈਠਾ। ਮੈਂ ਕਹਿੰਦਾ ਵੀ ਤੂੰ ਚੰਦਰਮਾ ਤੇ ਜਾਏ ਨਾ, ਜਿੱਥੇ ਬੈਠਾ ਇੱਥੇ 100 ਸਾਲ ਕੱਢ ਲਾ, ਸੁਖੀ, ਆਨੰਦਮਈ ਔਰ ਬਹੁਤ ਵਧੀਆ। ਸੋ ਥੈਂਕ ਯੂ ਆਪਣਾ ਹਕੀਕਤ ਟੀਵੀ ਪੰਜਾਬੀ ਔਰ ਸਾਰੇ ਦਰਸ਼ਕਾਂ ਦਾ ਸਮਾਂ ਦਿੱਤਾ ਹੈ, ਔਰ ਇਸ ਨਵੀਂ ਖੋਜ ਨੂੰ, ਨੈਚੁਰਲ ਹੈਲਥ ਸਾਇੰਸ ਦੀ ਖੋਜ ਨੂੰ ਲੱਖਾਂ ਪਰਿਵਾਰਾਂ ਤੱਕ ਤੁਸੀਂ ਪਹੁੰਚਾ ਰਹੇ ਹੋ। ਤੁਹਾਡੇ ਇਸ ਉਦਮ ਲਈ ਤੁਹਾਨੂੰ ਸਲਾਮ ਹੈ, ਸਲੂਟ ਹੈ। ਅੱਛਾ ਮੀਡੀਆ ਅੱਛੇ ਕੰਮ ਦਿਖਾਏਗਾ, ਸਮਾਜ 'ਚ ਅੱਛਾ ਮੈਸੇਜ ਆਏਗਾ। ਸੋ ਥੈਂਕਸ। ਹਮੇਸ਼ਾ ਦੀ ਤਰ੍ਹਾਂ ਜਿਵੇਂ ਤੁਸੀਂ ਲਾਸਟ ਵੀਡੀਓ ਨੂੰ ਬਹੁਤ ਪਿਆਰ ਦਿੱਤਾ, ਇਸ ਵੀਡੀਓ ਨੂੰ ਵੀ ਬਹੁਤ ਪਿਆਰ ਦਿਓਗੇ। ਪਿਆਰ ਤੇ ਆਸ਼ੀਰਵਾਦ ਜ਼ਰੂਰ ਨਾਲ ਰੱਖਿਓ ਜੇ ਅੱਛਾ ਲੱਗੇ ਤਾਂ ਸਾਥ ਵੀ ਦੇ ਦਿਓ ਜੀ। ਸੋ ਥੈਂਕ ਯੂ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜੇਕਰ ਅਸੀਂ ਘਰ ਬਣਾ ਲਈਏ, ਚੰਗੇ ਸੁਚੱਜੇ ਢੰਗ ਨਾਲ ਬਣਾ ਲਈਏ, ਤਾਂ ਜਿਹੜੀ ਸਾਡੀਆਂ ਉਮਰਾਂ ਨੇ ਤਾਂ ਅਸੀਂ 100 ਸਾਲ ਤੱਕ ਤੰਦਰੁਸਤ ਜੀਵਨ ਹੈਗਾ, ਤੰਦਰੁਸਤ ਜ਼ਿੰਦਗੀ ਹੈਗੀ ਜਿਹੜੀ ਉਹ ਹੰਢਾ ਸਕਦੇ ਹਾਂ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।